स्टेज ते हमेशा कहना ना कि वो कला किसी काम दी नहीं जिहड़ी साडे लोकां दे काम दी। मेरे ख्याल च 100-150 गीत इस पूरे मोर्चे दौरान साडे कलाकार भरावां ने गाया से ਉਹਦਾ असर हुण सारे संसार ने देखिया। सो मैनूं लगदा कि इस गल नूं लै के सानूं सारिਆਂ ਨੂੰ समझ लेना चाहिए कि कला ਦਾ ਕਿੱਡਾ ਵੱਡਾ ਰੋਲ ਹੁੰਦਾ ਹੈ। ਇੱਕ ਕਲਾਕਾਰ ਸਮਾਜ ਦੇ ਲਈ ਕੀ ਹੈ, ਕਹਿੰਦੇ ਨਾ ਕਲਾਕਾਰ ਸਮਾਜ ਲਈ ਸ਼ੀਸ਼ਾ ਆ। ਸਭ ਤੋਂ ਸੋਹਣੀ ਲਾਈਨ ਜਿਹੜੀ ਇਸ ਮੋਰਚੇ ਦੀ, ਹਰ ਬੰਦਾ ਕਹਿੰਦਾ ਸੀ ਇਹ ਅੰਦੋਲਨ ਬਾਬੇ ਨਾਨਕ ਦਾ ਅੰਦੋਲਨ ਹੈ। ਬਸ ਉਹ ਫਿਰ ਇਸ ਲਾਈਨ ਦੇ ਵਿੱਚ ਮੈਨੂੰ ਲੱਗਦਾ ਸਾਰਾ ਅੰਦੋਲਨ ਹੀ ਆ ਜਾਂਦਾ। ਦੋ ਹੋਰ ਨਾਮ ਇਸ ਮੋਰਚੇ ਦੇ ਵਿੱਚੋਂ ਜ਼ਿਆਦਾ ਚਰਚਾ ਦੇ ਵਿੱਚ ਆਏ ਉਹ ਸੀ ਲੱਖਾ ਸਿਧਾਣਾ ਔਰ ਦੀਪ ਸਿੱਧੂ। ਇਹ ਦੋਨਾਂ ਦੇ ਰੋਲ ਨੂੰ ਕਿੱਦਾਂ ਦੇਖਦੇ ਹੋ, ਲੱਖੇ ਸਿਧਾਣੇ ਦੇ ਔਰ ਦੀਪ ਸਿੱਧੂ ਦੇ ਰੋਲ? ਜਿੱਤ ਤੁਹਾਡੇ ਸਾਹਮਣੇ ਆ ਕੇ ਖੜ ਜਾਂਦੀ ਹੈ ਨਾ, ਤਾਂ ਫਿਰ ਸਿਆਣੇ ਬਜ਼ੁਰਗਾਂ ਤੋਂ ਸੁਣਿਆ ਕਿ ਪੁੱਤ ਬਸ ਦੱਬ ਲਾ ਗੱਲ, ਹੈ ਨਾ। ਤਾਂ ਬਹੁਤ ਸਾਰੀਆਂ ਚੀਜ਼ਾਂ ਸੀ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਜਾਣੀ ਲੱਗਦੀਆਂ ਸੀ ਕਿ ਆਹ ਨਹੀਂ ਹੋਣੀਆਂ ਚਾਹੀਦੀਆਂ ਸੀ, ਔਰ ਆਹ ਹੋਣੀਆਂ ਚਾਹੀਦੀਆਂ ਸੀ, ਕਿਉਂ ਨਹੀਂ ਹੋਈਆਂ। ਕਦੇ ਤੁਹਾਨੂੰ ਕਿਸੇ ਨੇ ਇਸ ਅੰਦੋਲਨ ਦੇ ਦੌਰਾਨ ਕਿਸੇ ਨੇ ਡਰਾਉਣ ਦੀ ਜਾਂ ਸਰਕਾਰੀ ਦਰਬਾਰੇ ਕੋਈ ਦਾਬਾ ਪਾਉਣ ਦੀ ਕੋਸ਼ਿਸ਼ ਕੀਤੀ? ਕਦੇ ਕੋਈ ਇਸ ਤਰ੍ਹਾਂ ਦਾ ਫੋਨ ਆਇਆ? ਮੇਰੇ ਖਿਆਲ 'ਚ ਮੁਲਕ ਦਾ ਸਭ ਤੋਂ ਵੱਡਾ ਬੰਦਾ PM, ਤਾਂ ਉਹਨਾਂ ਦੇ ਖਿਲਾਫ ਲੋਕਾਂ ਨੇ ਮਿਲ ਕੇ ਇੱਕ ਜੰਗ ਵਿੱਢੀ ਤੇ ਸਾਲ ਸਵਾ ਸਾਲ 'ਚ ਆਪਾਂ ਜਿੱਤ ਗਏ। ਉਦਾਹਰਨਾਂ ਦੇਖਦੇ ਹੁੰਦੇ ਸੀ ਕਿ ਆਹ ਦੋ ਭਰਾਵਾਂ ਦੀ ਬਣਦੀ ਨਹੀਂ ਸੀ, ਆਹ ਨੌ ਸੱਸਾਂ ਦੀ ਬਣਦੀ ਨਹੀਂ ਸੀ ਆਪਸ 'ਚ, ਪਰ ਮੋਰਚੇ 'ਚ ਇਕੱਠੀਆਂ ਬੈਠੀਆਂ। ਜਦੋਂ ਪੁੱਛਦੇ ਸੀ ਬੇਬੇ ਇੱਥੇ ਇਕੱਠੀਆਂ, ਕਹਿੰਦੀ ਪੁੱਤ ਉਹ ਘਰਾਂ ਵਾਲੀਆਂ ਲੜਾਈਆਂ ਛੋਟੀਆਂ ਲੱਗਣ ਲੱਗ ਗਈਆਂ। ਤੁਹਾਡਾ ਨਾਂ ਪੂਰਾ ਚਰਚਾ ਦੇ ਵਿੱਚ ਰਿਹਾ ਉਸ ਅੰਦੋਲਨ ਦੇ ਵਿੱਚ, ਔਰ ਤੁਹਾਨੂੰ ਕਿਹਾ ਵੀ ਆ ਜਾਓ ਆਪਾਂ ਤੁਹਾਨੂੰ ਇਲੈਕਸ਼ਨ ਲੜਾਉਂਦੇ ਆ। ਬੜੀ ਕਮਾਲ ਦੀ ਗੱਲ ਸੀ। ਕਹਿੰਦੇ ਅੱਜ ਕੱਲ੍ਹ ਦੇ ਕੁੱਤੇ, ਅੱਜ ਕੱਲ੍ਹ ਦੀਆਂ ਗਊਆਂ, ਅੱਜ ਕੱਲ੍ਹ ਦੀਆਂ ਮੱਝਾਂ ਦੀ ਕੀਮਤ ਲੱਖਾਂ ਰੁਪਈਆ ਹੋਈ ਪਈ ਹੈ, ਪਰ ਕਹਿੰਦੇ 2022 ਦੇ ਵਿੱਚ ਵੋਟਾਂ ਹੋਣਗੀਆਂ, ਕਹਿੰਦੇ ਬੰਦੇ 5-5 ਹਜ਼ਾਰ 'ਚ ਵਿਕਣਗੇ, ਬੰਦੇ 2-2 ਹਜ਼ਾਰ 'ਚ ਵਿਕਣਗੇ, ਬੋਤਲਾਂ ਤੇ ਵਿਕ ਜਾਂਦੇ। ਹਾਂ, ਬੰਦੇ 100-100 200 ਰੁਪਏ ਦੀਆਂ ਬੋਤਲਾਂ ਤੇ ਵਿਕਣਗੇ। ਕਿੰਨੇ ਗੇੜੇ ਵੱਜਦੇ ਸੀ ਨਾਲ ਵਾਲੇ ਟੈਂਟ 'ਚ, ਕਿੰਨੇ ਦਿਨ ਕੱਢਦੇ ਸੀ ਇੱਕੋ ਮੈਲੀ ਪੈਂਟ 'ਚ। ਟਰਾਲੀ ਦੀ ਰਸੋਈ ਬਣੀ ਬੇਬੇ ਬਾਪੂ ਨਾਲ ਸੀ, ਕਿੰਨੀ ਵਾਰੀ ਮੀਂਹ ਦੇ ਵਿੱਚ ਚੋਈ ਤਰਪਾਲ ਸੀ। ਰੂਹ ਦੇ ਵਿੱਚ ਯਾਦਾਂ ਦਾ ਓਏ ਸਵਾਦ ਰੱਖਿਓ, ਭੁੱਲ ਜਾਇਓ ਨਾ ਪੰਜਾਬੀਓ, ਕੱਲੀ ਕੱਲੀ ਗੱਲ ਤੁਸੀਂ ਓਏ ਯਾਦ ਰੱਖਿਓ। ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਜਿੱਤ ਹੋਈ ਆ। ਪੰਜਾਬੀ ਗਾਇਕਾਂ ਨੇ ਆਪਣਾ ਬਣਦਾ ਰੋਲ ਉਹਦੇ ਵਿੱਚ ਨਿਭਾਇਆ ਹੈ, ਔਰ ਪੰਜਾਬੀ ਗਾਇਕਾਂ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲੇ ਨੰਬਰ 'ਤੇ ਨਾਮ ਆਉਂਦਾ ਹੈ ਕਮਰ ਗਰੇਵਾਲ ਹੋਣਾ ਦਾ, ਜਿਨ੍ਹਾਂ ਦੇ ਸਦਕਾ ਬਹੁਤ ਸਾਰੇ ਮੁੰਡੇ ਇਹਨਾਂ ਨੂੰ ਫੋਲੋ ਕਰਕੇ ਉੱਥੇ ਪਹੁੰਚੇ ਨੇ। ਗੱਲਬਾਤ ਕਰਦੇ ਹਾਂ। ਕਮਰ ਬਾਈ ਸਤਿ ਸ਼੍ਰੀ ਅਕਾਲ, ਔਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। ਕਿਸਾਨੀ ਅੰਦੋਲਨ ਜਿਹੜਾ ਹੈ ਉਹ ਕਿਸਾਨਾਂ ਨੇ ਜਿੱਤ ਲਿਆ ਹੈ। ਪ੍ਰਦੀਪ ਬਾਈ ਤੁਹਾਡਾ ਬਹੁਤ ਸਤਿਕਾਰ ਹਮੇਸ਼ਾ ਦੀ ਤਰ੍ਹਾਂ, ਤੇ ਬਾਕੀ ਜਿੰਨੇ ਸਾਡੇ ਪਰਿਵਾਰ ਇਸ ਚੈਨਲ ਥਰੂ ਸਾਨੂੰ ਦੇਖ ਰਹੇ ਦੋਵੇਂ ਭਰਾਵਾਂ ਨੂੰ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪ੍ਰਣਾਮ, ਬਹੁਤ ਬਹੁਤ ਸਤਿਕਾਰ। ਬਾਈ ਕਿਵੇਂ ਦੇਖਦੇ ਹੋ ਕਲਾਕਾਰਾਂ ਦੇ ਰੋਲ ਨੂੰ? ਕਿੰਨੀ ਕੁ ਲੋੜ ਸੀ ਕਲਾਕਾਰਾਂ ਦੀ ਇੱਥੇ ਸਾਰਥਕ ਰੋਲ ਨਿਭਾਉਣ ਦੀ, ਔਰ ਕਿੰਨੇ ਕੁ ਹੱਦ ਤੱਕ ਤੁਸੀਂ ਮੰਨਦੇ ਹੋ ਵੀ ਕਲਾਕਾਰ ਇਹਦੇ ਵਿੱਚ ਆਪਣੇ ਆਪ ਨੂੰ ਉੱਥੇ ਸਹੀ ਸਾਬਤ ਕਰ ਪਾਏ ਆ ਵੀ ਜਿਹੜਾ ਬਣਦਾ ਰੋਲ ਕਲਾਕਾਰਾਂ ਦਾ ਇੱਕ ਨੌਜਵਾਨੀ ਨੂੰ ਚੰਗੇ ਪਾਸੇ ਲਾਉਣ ਦਾ ਚਾਹੀਦਾ ਸੀਗਾ, ਜਿਹੜਾ ਕਿ ਉਹ ਗਾਣਿਆਂ ਦੇ ਵਿੱਚ ਝਲਕਦਾ ਨਹੀਂ ਸੀਗਾ, ਤੇ ਇਸ ਟਾਈਮ 'ਤੇ ਕਲਾਕਾਰਾਂ ਨੇ ਕਿੱਦਾਂ ਦਾ ਰੋਲ ਨਿਭਾਇਆ, ਕੀ ਮੰਨਦੇ ਹੋ? ਦੇਖੋ ਪ੍ਰਦੀਪ ਬਾਈ, ਮੈਂ ਤਾਂ ਸਟੇਜ 'ਤੇ ਹਮੇਸ਼ਾ ਕਹਿੰਦਾ ਨਾ ਕਿ ਉਹ ਕਲਾ ਕਿਸੇ ਕੰਮ ਦੀ ਨਹੀਂ ਜਿਹੜੀ ਸਾਡੇ ਲੋਕਾਂ ਦੇ ਕੰਮ ਦੀ ਨਹੀਂ, ਔਰ ਇਹ ਉਹ ਕਲਾ ਹੈ ਜਿਹੜਾ ਵੀ ਸਾਡੇ ਵਾਲੇ ਗਾਉਣ ਵਾਲੇ ਭੈਣ ਭਰਾਵਾਂ ਨੇ ਗੀਤ ਗਾਏ, ਅਸੀਂ ਸਾਰਿਆਂ ਨੇ ਰਲ ਮਿਲ ਕੇ ਗਾਏ। ਮੇਰੇ ਖਿਆਲ 'ਚ 100-150 ਗੀਤ ਇਸ ਪੂਰੇ ਮੋਰਚੇ ਦੌਰਾਨ ਸਾਡੇ ਕਲਾਕਾਰ ਭਰਾਵਾਂ ਨੇ ਗਾਇਆ ਸੇ ਉਹਦਾ ਅਸਰ ਹੁਣ ਸਾਰੇ ਸੰਸਾਰ ਨੇ ਦੇਖਿਆ ਕਿ ਇਹ ਕਲਾਕਾਰਾਂ ਦੇ ਯੋਗਦਾਨ ਕਰਕੇ, ਇੱਕ ਸਾਫ ਸੁਥਰੇ ਗੀਤ ਗਾਉਣ ਕਰਕੇ, ਹੈ ਨਾ, ਉਸ ਕੰਟੈਂਟ 'ਤੇ ਗਾਉਣ ਕਰਕੇ ਜੋ ਐਟ ਪ੍ਰੈਜ਼ੈਂਟ ਮੰਗ ਸੀ ਪੰਜਾਬ ਦੀ, ਤਾਂ ਇੱਕ ਬਹੁਤ ਵੱਡਾ ਅਸਰ ਪਿਆ। ਸੋ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਕਲਾ ਦਾ ਕਿੱਡਾ ਵੱਡਾ ਰੋਲ ਹੁੰਦਾ ਹੈ। ਇੱਕ ਕਲਾਕਾਰ ਸਮਾਜ ਦੇ ਲਈ ਕੀ ਹੈ, ਕਹਿੰਦੇ ਨਾ ਕਲਾਕਾਰ ਸਮਾਜ ਲਈ ਸ਼ੀਸ਼ਾ ਆ, ਸ਼ੀਸ਼ੇ ਦਾ ਕੰਮ ਕਰਦੇ ਆ। ਸੋ ਉਹੀ ਕੰਮ ਕੀਤਾ, ਅਤੇ ਅਰਦਾਸ ਸੱਚੇ ਪਾਤਸ਼ਾਹ ਅੱਗੇ ਕਿ ਜਿਸ ਤਰ੍ਹਾਂ ਦਾ ਕੰਮ ਸਾਰਿਆਂ ਨੇ ਹੁਣ ਰਲ ਮਿਲ ਕੇ ਇਸ ਅੰਦੋਲਨ ਦੇ ਵਿੱਚ, ਐਡੇ ਵੱਡੇ ਅੰਦੋਲਨ ਦੇ ਵਿੱਚ ਆਪਣੀ ਗਾਇਕੀ ਰਾਹੀਂ, ਆਪਣੀ ਕਲਾ ਰਾਹੀਂ ਦਿੱਤਾ ਸਾਰਿਆਂ ਨੇ, ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹੀਏ। ਕਮਰ ਬਾਈ ਤੁਸੀਂ ਨਾ, ਮੈਂ ਰਾਜਵੀਰ ਜਵੰਦੇ ਨਾਲ ਜਦੋਂ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਅਸੀਂ ਸਾਰੇ ਜਾਂਦੇ ਸੀ, ਹਾਜ਼ਰੀ ਲਵਾ ਕੇ ਮੁੜੇ ਆਉਂਦੇ ਸੀ, ਪਰ ਕਮਰ ਬਾਈ ਆਪਦਾ ਕੈਰੀਅਰ ਦਾਅ 'ਤੇ ਲਾ ਕੇ ਸਾਰੇ ਪ੍ਰੋਗਰਾਮ ਛੱਡ ਕੇ ਉਸ ਮੋਰਚੇ ਦੇ ਵਿੱਚ ਹਾਜ਼ਰੀ ਭਰੀ। ਉੱਥੇ ਹੀ ਰਹੇ ਆ ਤੁਸੀਂ ਬਹੁਤ ਟਾਈਮ, ਹੈ ਨਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਅੱਖੀਂ ਡਿੱਠਾ ਹਾਲ ਕਿਹੋ ਜਿਹਾ ਸੀ ਉਸ ਮੋਰਚੇ ਦਾ? ਕਿਸ ਤਰ੍ਹਾਂ ਕਿਸਾਨਾਂ ਦਾ ਦਿਨ ਨਿਕਲਦਾ ਸੀ ਉੱਥੇ? ਦੇਖੋ ਪਰਿਵਾਰ ਤਾਂ ਸਾਡੇ ਚੜ੍ਹਦੀ ਕਲਾ ਵਾਲੀ ਹੈ,
ਠੀਕ ਹੈ, ਬਹੁਤ ਸਾਰੀਆਂ ਰੁੱਤਾਂ ਵੀ ਹੰਢਾਈਆਂ, ਸਾਰੇ ਮੌਸਮ ਉੱਥੇ ਝੱਲੇ ਆਪਦੇ ਸਰੀਰਾਂ ਤੇ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਸੀ। ਸੁਭਾਵਿਕ ਸੀ ਯਾਰ, ਹੁਣ ਇੱਕ ਆਪਦੇ ਤੰਦਰੁਸਤ ਘਰਾਂ 'ਚੋਂ, ਹੱਸਦੇ ਵਸਦੇ ਘਰਾਂ 'ਚੋਂ ਜਾ ਕੇ ਅਚਾਨਕ ਦਿੱਲੀ ਜਾ ਕੇ ਸੜਕ 'ਤੇ ਬਹਿ ਜਾਓ। ਔਰ ਸੜਕ 'ਤੇ ਵੀ ਇਹ ਨਹੀਂ ਕਿ ਕੋਈ 10-15 ਬੰਦੇ ਜਾਂ 100 ਬੰਦਾ ਬੈਠਾ ਵੀ ਔਰਗੇਨਾਈਜ਼ ਕਰ ਲਈਏ, ਲੱਖਾਂ ਬੰਦਾ ਯਕਦਮ ਜਾ ਕੇ ਬੈਠ ਗਿਆ। ਪਰ ਉਹ ਇੱਕ ਆਏ ਸੀ ਕਿ ਉਸ ਚੀਜ਼ 'ਚ ਸੁੱਖ ਸ਼ਾਂਤੀ ਇਸ ਗੱਲ ਦੀ ਸੀ, ਹੌਸਲਾ ਇਸ ਗੱਲ ਦਾ ਸੀ ਕਿ 2 ਮਹੀਨੇ ਪਹਿਲਾਂ ਇੱਥੋਂ ਉਹ ਗੱਲ ਸੁਲਗ ਕੇ ਭਾਂਬੜ ਬਣੀ ਸੀ। ਸੋ ਇੱਕ ਪ੍ਰਪੇਅਰ ਸੀ ਅਸੀਂ ਅੰਦਰੋਂ ਸਾਰੇ ਕਿ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਕਿ ਸਾਰੇ ਜਾਣੀ ਚੁਕੰਨੇ ਰਹੀਏ ਇਸ ਗੱਲ ਲਈ। ਸੋ ਜਾ ਕੇ ਉੱਥੇ ਬਾਕੀ ਆਇਆ ਹੁੰਦਾ ਹੈ, ਪਹਿਲੇ ਦਿਨ ਉਹਨਾਂ ਇੱਕ ਗੱਲ ਸੀ, ਸਭ ਤੋਂ ਸੋਹਣੀ ਲਾਈਨ ਜਿਹੜੀ ਇਸ ਮੋਰਚੇ ਦੀ, ਹਰ ਬੰਦਾ ਕਹਿੰਦਾ ਸੀ ਇਹ ਅੰਦੋਲਨ ਬਾਬੇ ਨਾਨਕ ਦਾ ਅੰਦੋਲਨ ਹੈ। ਬਸ ਉਹ ਫਿਰ ਇਸ ਲਾਈਨ ਦੇ ਵਿੱਚ ਮੈਨੂੰ ਲੱਗਦਾ ਸਾਰਾ ਅੰਦੋਲਨ ਹੀ ਆ ਜਾਂਦਾ। ਫਿਰ ਇੱਥੇ ਬਾਬੇ ਨਾਨਕ ਦੇ ਲੰਗਰ ਵੀ ਉਵੇਂ ਵਰਤੇ ਹੈ, ਤੇ ਬਾਬੇ ਨਾਨਕ ਦੇ ਉੱਥੇ ਘਰ ਵੀ ਇੱਦਾਂ ਹੀ ਬਣੇ, ਫਿਰ ਨਾਨਕ ਨਿਵਾਸ ਬਣੇ, ਤੇ ਇੱਦਾਂ ਹੀ ਸਭ ਕੁਛ, ਕੱਪੜਾ ਲੀੜਾ, ਜੇ ਠੰਡ ਲੱਗਦੀ ਸੀ ਕੰਬਲ ਵੀ ਲੱਖਾਂ ਦੀ ਗਿਣਤੀ 'ਚ ਆਏ, ਜੇ ਗਰਮੀ ਲੱਗਦੀ ਸੀ ਤਾਂ ਠੰਡੇ ਪਾਣੀ ਦੀਆਂ ਬੋਤਲਾਂ, ਸ਼ਰਬਤ, ਪਤਾ ਨਹੀਂ ਕੀ ਕੁਛ ਹੈ ਨਾ, ਬਹੁਤ ਕੁਛ। ਜਾਣੀ ਸਭ ਤੋਂ ਵੱਡਾ ਯੋਗਦਾਨ ਮੈਂ ਕਹੂੰਗਾ ਕਿ NRI ਭਰਾਵਾਂ ਦਾ ਨਾ ਕੰਟਰੀਬਿਊਸ਼ਨ ਅਸੀਂ ਸੁਣਦੇ ਹੁੰਦੇ ਸੀ ਕਿ ਭਾਈ ਹਮੇਸ਼ਾ ਖੜ੍ਹਦੇ ਆ ਜਦੋਂ ਕੋਈ ਪੰਜਾਬ 'ਤੇ ਭੀੜ ਪੈਂਦੀ ਹੈ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਭੀੜ ਪੈਂਦੀ ਹੈ, ਤਾਂ ਪੰਜਾਬੀ ਭੈਣ ਭਰਾ ਉੱਥੋਂ ਆਪਦਾ ਦਸਵੰਧ ਕੱਢ ਕੇ ਭੇਜਦੇ ਆ। ਇਸ ਵਾਰੀ ਸਾਡੀਆਂ ਅੱਖਾਂ ਮੂਹਰੇ ਆਇਆ ਸਾਡੀਆਂ ਅੱਖਾਂ ਮੂਹਰੇ ਆਇਆ ਕਿ ਕਿੱਦਾਂ ਕਰੋੜਾਂ ਅਰਬਾਂ ਰੁਪਈਆ ਕਹੂੰਗਾ ਮੈਂ, ਸਾਡਾ 100 ਕਰੋੜਾਂ 'ਚ ਵੀ ਗੱਲ ਜਾਵੜੀ ਹੋਣੀ ਹੈ, ਅਰਬਾਂ ਰੁਪਈਆ ਕਿੱਦਾਂ ਉਹਨਾਂ ਨੇ ਮਸ਼ੀਨਾਂ ਵਾਂਗੂ ਕੰਮ ਕਰਕੇ ਉੱਥੇ ਦਿੱਤਾ। ਸੋ ਬਹੁਤ ਹੌਸਲੇ ਸੀ ਸਾਡੇ ਆਸੇ ਪਾਸੇ, ਆਸਰੇ ਬਹੁਤ ਸੀ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ। ਸੋ ਉਹ ਆਸਰੇ ਜੁੜ ਕੇ ਬਸ ਇਸ ਅੰਦੋਲਨ ਦੀ ਚੜ੍ਹਦੀ ਕਲਾ ਬਣ ਗਏ ਤੇ ਜਿੱਤੇ ਆਪਾਂ ਬਈ ਸਾਰੇ। ਬਿਲਕੁਲ ਬਾਈ। ਔਰ ਇਹ ਦੱਸਿਓ ਵੀ ਕਈ ਕਲਾਕਾਰਾਂ 'ਤੇ ਨਾ ਕੇਸ ਵੀ ਹੋਏ ਉਹਨਾਂ ਟਾਈਮਾਂ ਦੇ ਵਿੱਚ, ਇੰਦਰਜੀਤ ਨਿੱਕੂ 'ਤੇ ਵੀ ਇੱਕ ਕੇਸ ਹੋਇਆ, ਪੰਮੇ ਡੁੰਮੇਵਾਲ 'ਤੇ ਵੀ ਇੱਕ ਕੇਸ ਹੋਇਆ। ਕਦੇ ਤੁਹਾਨੂੰ ਕਿਸੇ ਨੇ ਇਸ ਅੰਦੋਲਨ ਦੇ ਦੌਰਾਨ ਕਿਸੇ ਨੇ ਡਰਾਉਣ ਦੀ ਜਾਂ ਸਰਕਾਰੀ ਦਰਬਾਰੇ ਕੋਈ ਦਾਬਾ ਪਾਉਣ ਦੀ ਕੋਸ਼ਿਸ਼ ਕੀਤੀ? ਕਦੇ ਕੋਈ ਇਸ ਤਰ੍ਹਾਂ ਦਾ ਫੋਨ ਆਇਆ? ਨਹੀਂ ਬਾਈ, ਸੱਚ ਜਾਣਿਓ, ਜਾਣੀ ਪਿਛਲੇ ਸਾਲ ਦੇ ਲਾ ਲਓ ਤੁਸੀਂ, ਆਪਾਂ ਸਤੰਬਰ ਤੋਂ ਚੱਲੇ ਹੋਏ ਆ ਹੈ ਨਾ, ਕੋਈ 15-20 ਸਤੰਬਰ ਦੀ ਗੱਲ ਹੈ, ਜਦੋਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਹੜਾ ਪਟਿਆਲੇ, ਉੱਥੇ ਮੈਂ ਫਸਟ ਟਾਈਮ ਗਿਆ ਸੀ। ਅਗਰਾਹਾਂ ਜਥੇਬੰਦੀ ਦਾ ਮੋਰਚਾ ਉੱਥੇ ਲਾਇਆ ਉਹਨਾਂ ਨੇ ਪਹਿਲੋਂ, ਅਤੇ ਉਹਦੇ ਮੇਰੇ ਯਾਦ ਆ ਮੈਂ ਪਿੱਛੇ ਬੈਠ ਕੇ ਮੁੜ ਆਇਆ ਸੀ, ਕਿਉਂਕਿ ਮੈਂ ਸਿਰਫ ਬਿਲਕੁਲ ਨਵਾਂ ਸੀ, ਜਥੇਬੰਦੀਆਂ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਸੀ, ਬਹੁਤਾ ਕਿ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ। ਅਤੇ ਮੈਂ ਉਸ ਦਿਨ ਤਾਂ ਸਾਰਾ ਰੂਪ ਰੇਖਾ ਦੇਖ ਕੇ ਆਇਆ ਵੀ ਇੱਦਾਂ ਇਹ ਔਰਗੇਨਾਈਜ਼ ਕਰਦੇ ਆ, ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਆਏ ਹੋਏ ਹੈ, ਇਹਨਾਂ ਦੇ ਇੱਦਾਂ ਪ੍ਰੈਜ਼ੀਡੈਂਟ ਹੈ, ਇੱਕ ਹੋਰ ਇਹਨਾਂ ਦੀ ਟੀਮ ਹੈ, ਅਤੇ ਇੱਦਾਂ ਬੋਲਦੇ ਆ ਫਿਰ ਹੈ ਨਾ। ਅਤੇ ਉਹ ਦੇਖ ਕੇ ਅਤੇ ਫਿਰ ਹੌਲੀ ਹੌਲੀ ਉਹ ਚੀਜ਼ ਚੱਲੀ। ਅਤੇ ਪਰ ਜੇ ਤੁਸੀਂ ਆਖੋ ਵੀ ਕੋਈ ਇਸ ਪੂਰੇ ਸਵਾ ਸਾਲ ਦੇ ਸਮੇਂ ਦੌਰਾਨ ਮੈਨੂੰ ਕੋਈ ਕਿਸੇ ਵੱਲੋਂ, ਤਾਂ ਬਿਲਕੁਲ ਨਹੀਂ। ਅਤੇ ਬਾਕੀ ਆਏ ਆ ਬਾਈ, ਆਪਦੀ ਸਾਫ਼ ਜੀ ਤਬੀਅਤ ਨਾਲ ਕੰਮ ਕਰਦੇ ਰਹੋ ਹੈ ਨਾ, ਅਤੇ ਵਿਰੋਧ ਕਰਨ ਦੀ ਜਾਣੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਵਿਧ ਹੁੰਦੀ ਹੈ ਕਿ ਅਗਰੈਸਿਵਨੈਸ ਹੁੰਦੀ ਹੈ। ਮੋਰਚੇ 'ਚ ਜੰਗ ਸੀ, ਲੜਾਈ ਸੀ ਇੱਕ, ਤਾਂ ਅਗਰੈਸਿਵ ਹੋਣਾ ਵੀ ਇਹਦਾ ਸੁਭਾਅ ਸੀ ਇੱਕ। ਪਰ ਹਮੇਸ਼ਾ ਜਥੇਬੰਦੀਆਂ ਨੇ, ਬਜ਼ੁਰਗਾਂ ਨੇ ਇੱਕੋ ਗੱਲ ਕਹੀ ਸੀ ਕਿ ਭਾਈ ਇਹ ਜਿਹੜਾ ਸ਼ਾਂਤੀਪੂਰਵਕ ਪੀਸਫੁਲ ਪ੍ਰੋਟੈਸਟ ਹੈ ਨਾ, ਤਾਂ ਉਹ ਸ਼ਾਂਤੀ ਸੀ ਜਿਹੜੀ ਕਿਤੇ ਨਾ ਕਿਤੇ ਮੋਰਚੇ ਦੇ ਅੰਦਰ ਜਿਹੜੀ ਚੁੱਪ ਸੀ, ਉਹ ਆਪਣੇ ਆਪ 'ਚ ਹੀ ਬਹੁਤ ਕੁਛ ਕਹਿ ਰਹੀ ਸੀ ਜੇ ਤੁਹਾਨੂੰ ਉਹ ਚੁੱਪ 'ਚ ਰਹਿਣਾ ਹੁੰਦਾ ਸੀ। ਸੋ ਮੈਨੂੰ ਲੱਗਦਾ ਬੋਲਣ ਵਾਲੇ ਬੋਲੇ ਵੀ, ਚੁੱਪ ਰਹਿਣ ਵਾਲੇ ਚੁੱਪ ਵੀ ਰਹੇ, ਅਤੇ ਸਾਰਿਆਂ ਦੀ ਆਪਣੀ ਆਪਣੀ ਵਿਧ ਸੀ। ਮਹਾਰਾਜ ਨੇ ਉਹ ਵਿਧ ਬਣਾਈ, ਅਤੇ ਮੈਨੂੰ ਨਹੀਂ ਐਵੇਂ ਆਖਿਆ ਮੈਂ ਤੱਤੀ ਵਾਹ ਲੱਗੀ, ਨਾ ਕੋਈ ਹਰਫ ਨੂੰ ਇਸ ਤਰ੍ਹਾਂ ਦਾ ਕੋਈ, ਨਾ ਕੋਈ ਗਲਬ ਨੂੰ ਆਇਆ ਕੋਈ ਇੱਦਾਂ ਦਾ। ਅਤੇ ਜਿੰਨੇ ਵੀ ਅਸੀਂ ਭੈਣ ਭਰਾ ਸਾਰੇ ਇਕੱਠੇ ਸੀ, ਅਤੇ ਸਾਰੇ ਮੇਰੇ ਖਿਆਲ 'ਚ ਇੱਦਾਂ ਹੀ ਰਹੇ। ਕਮਰ ਬਾਈ, ਕਈ ਕਲਾਕਾਰ ਉੱਥੇ ਆਏ, ਉਹਨਾਂ ਨੇ ਆਪਣਾ ਰੋਲ ਨਿਭਾਇਆ, ਜਿਵੇਂ ਤੁਸੀਂ ਗੱਲ ਕੀਤੀ ਹਰਫ ਚੀਮਾ, ਉਹ ਮੋਰਚੇ ਦੌਰਾਨ ਹੀ ਤੁਹਾਨੂੰ ਮਿਲਿਆ ਔਰ ਉਸ ਤੋਂ ਬਾਅਦ ਤੁਹਾਡਾ ਪੱਕਾ ਮਿੱਤਰ ਬਣ ਗਿਆ। ਤੁਸੀਂ ਵੱਡੇ ਵੱਡੇ ਗਾਣੇ ਵੀ ਕੀਤੇ ਔਰ ਵਿਦੇਸ਼ਾਂ ਦੇ ਵਿੱਚ ਉਹਨਾਂ ਗਾਣਿਆਂ ਨੂੰ ਲੈ ਕੇ ਵੱਡੀਆਂ ਵੱਡੀਆਂ ਰੈਲੀਆਂ ਵੀ ਨਿਕਲੀਆਂ, ਉਹ ਗਾਣੇ ਵੀ ਉੱਥੇ ਚੱਲੇ ਹੈ ਨਾ। ਕੁਝ ਕੁ ਕਲਾਕਾਰ ਆ ਜਿਹੜੇ ਮੂਹਰਲੀ ਕਤਾਰ ਦੇ ਵਿੱਚ ਆਉਂਦੇ, ਜਿਨ੍ਹਾਂ ਨੇ ਆਪਣਾ ਰੋਲ ਨਿਭਾਇਆ। ਬਹੁਤ ਸਾਰੇ ਆਏ ਉੱਥੇ, ਫੋਟੋਆਂ ਖਿਚਾਈਆਂ, ਮੀਡੀਆ ਨਾਲ ਗੱਲਬਾਤ ਕੀਤੀ ਅਤੇ ਚਲੇ ਗਏ। ਕਈਆਂ ਦੀ ਮਜਬੂਰੀ ਬਣ ਗਈ ਸੀ ਉੱਥੇ ਆਉਣਾ, ਗਾਣਾ ਕੱਢਣਾ ਵੀ ਮਜਬੂਰੀ ਬਣ ਗਈ ਸੀ, ਕਿਉਂਕਿ ਹੋਰ ਕੋਈ ਗਾਣਾ ਚੱਲਦਾ ਨਹੀਂ ਸੀ ਹੈ ਨਾ। ਉਹ ਜਿਹੜੇ ਮੂਹਰਲੀ ਕਤਾਰ ਵਾਲੇ ਆ, ਉਹਨਾਂ ਦਾ ਜ਼ਿਕਰ ਕਰਨਾ ਚਾਹੋਗੇ? ਕਿਹੜੇ ਕਿਹੜੇ ਸੀ? ਦੇਖੋ, ਵੈਸੇ ਤਾਂ ਬਸ ਆਏ ਆ ਬਾਈ, ਜਾਣੀ ਕਿਸੇ ਦਾ ਭਾਵੇਂ ਕੱਖ ਪੈ ਗਿਆ, ਕਿਸੇ ਦਾ ਭਾਵੇਂ ਲੱਖ ਪੈ ਗਿਆ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਧੰਨਵਾਦ ਸਾਰਿਆਂ ਦਾ ਹੀ ਕਰੀਏ। ਪਰ ਜੇ ਇੱਕ ਹਾਜ਼ਰੀ ਪੱਖੋਂ ਤੁਸੀਂ ਮੈਨੂੰ ਜੇ ਪੁੱਛੋ ਵੀ ਕਿਹੜੇ ਉੱਥੇ ਗਵਈਏ ਸੀ ਜਾਂ ਕਿਹੜੇ ਫਿਲਮਾਂ ਦੇ ਅਦਾਕਾਰ ਸੀ ਜਿਹੜੇ ਵੱਧ ਰਹੇ ਆ ਉੱਥੇ, ਤਾਂ ਮੇਰੀਆਂ ਅੱਖਾਂ ਨੇ ਦੇਖਿਆ ਬਹੁਤ ਜ਼ਿਆਦਾ, ਜਿਵੇਂ ਆਪਣਾ ਵੀਰ ਬੱਬੂ ਹੋਣੀ, ਇਹ ਬਹੁਤ ਰਹੇ ਆ, ਅਤੇ ਬਾਈ ਰਵਿੰਦਰ ਗਰੇਵਾਲ ਹੋਣੀ ਬਹੁਤ ਰਹੇ ਆ ਹੈ ਨਾ, ਜੱਸਾ ਬਹੁਤ ਰਿਹਾ, ਅਤੇ ਆਪਣਾ ਰਾਜਵੀਰ ਭਰਾ ਮੇਰਾ,
ਹਨਾ, ਉਹ ਬਹੁਤ ਰਿਹਾ। ਪਰ ਇੱਕ ਹੋਰ ਨਾਮ ਮੈਂ ਜ਼ਿਕਰ ਕਰੂੰਗਾ ਤੁਹਾਡੇ ਕੋਲੇ, ਸੋਨੀਆ ਮਾਨ ਹਨਾ, ਉਹ ਕੁੜੀ ਸਭ ਤੋਂ ਵੱਧ ਰਹੀ ਹੈ। ਜਾਣੀ ਪਹਿਲੇ ਦਿਨ ਤੋਂ ਇੱਥੇ ਮੈਂ ਦੇਖਿਆ ਕਿ ਪੰਜਾਬ ਦੇ ਕੰਪੇਨ ਤੋਂ ਲੈ ਕੇ ਯੂਪੀ ਅਸੀਂ ਨਹੀਂ ਗਏ ਹਨਾ, ਉੱਤਰਾਖੰਡ ਵਾਲੇ ਪਾਸੇ ਅਸੀਂ ਨਹੀਂ ਗਏ, ਰਾਜਸਥਾਨ ਦੀਆਂ ਰੈਲੀਆਂ 'ਚ ਅਸੀਂ ਨਹੀਂ ਗਏ, ਹਰਿਆਣੇ ਦੀਆਂ ਰੈਲੀਆਂ 'ਚ ਅਸੀਂ ਨਹੀਂ, ਪਰ ਉਹ ਕੁੜੀ ਸਭ ਜਗ੍ਹਾ 'ਤੇ ਗਈ ਹੈ। ਉਹ ਉਸ ਕੁੜੀ ਦਾ ਬਹੁਤ ਵੱਡਾ ਇਸ ਮੋਰਚੇ 'ਚ ਯੋਗਦਾਨ ਹੈ। ਅਤੇ ਬਾਕੀ ਜਪਜੀ ਖਹਿਰਾ ਹੋਣੀ, ਮੈਂ ਅਕਸਰ ਦੇਖਦਾ ਸੀ ਉਹਨਾਂ ਨੂੰ ਹਨਾ, ਅਤੇ ਬਾਕੀ ਆਏ ਗਏ ਸਾਰੇ ਹੀ ਹੈ। ਬਸ ਆਏ ਕਿਸੇ ਦਾ ਕੋਈ ਇੱਕ ਗੇੜਾ ਸੀ, ਕਿਸੇ ਦੇ 2 ਗੇੜੇ ਸੀ। ਬਾਈ ਹਰਭਜਨ ਹੋਣੀ ਬਹੁਤ ਗਏ ਸੱਚ, ਬਾਈ ਹਰਭਜਨ ਹੋਣੀ ਬਹੁਤ ਗਏ, ਇਹ ਅਕਸਰ ਸਾਨੂੰ ਮਿਲਦੇ ਹੁੰਦੇ ਸੀ। ਬਾਈ ਅਮਤੋਜ ਹੋਣੀ, ਚਲੋ ਬਾਈ ਅਮਤੋਜ ਹੋਣੀ, ਬਾਈ ਬੱਬੂ ਹੋਣੀ, ਇਹ ਤਾਂ ਸਾਰੇ ਇਕੱਠਿਆਂ ਦਾ ਕਾਫਲਾ ਜਾਂਦਾ ਸੀ। ਅਤੇ ਬਾਕੀ ਜਿੰਨੇ ਜੋ ਕਿ ਮੈਂ ਤੇ ਹਾਰਫ ਸੀ, ਗਲਬ ਸੀ, ਅਸੀਂ ਵੀ ਜਾਂਦੇ ਰਹੇ। ਅਤੇ ਬਾਈ ਗੁਲਜ਼ਾਰੀ ਹੋਣੀ ਹਨਾ, ਬਾਈ ਗੁਲਜ਼ਾਰੀ ਆਪਣਾ ਕਬੱਡੀ ਵਾਲਾ ਭਰਾ ਸਾਡਾ ਵੱਡਾ, ਉਹ ਅਤੇ ਉਹ ਬਾਈ ਨੇ ਬਹੁਤ ਪਹਿਰਾ ਦਿੱਤਾ ਹੈ। ਰੁਪਿੰਦਰ ਜਲਾਲ ਦਾ ਜ਼ਿਕਰ ਕਰੂੰਗਾ ਮੈਂ। ਰੁਪਿੰਦਰ ਜਲਾਲ ਜਾਣੀ ਕਬੱਡੀ ਦਾ ਐਂਕਰ ਆ ਭਰਾ ਸਾਡਾ, ਅਤੇ ਬਹੁਤ ਲੰਬਾ ਪਹਿਰਾ, ਜਾਣੀ ਮੇਰੇ ਖਿਆਲ 'ਚ 100% ਹੀ ਪਹਿਰਾ। ਉੱਧਰਲੇ ਪਾਸੇ ਟਿੱਕਰੀ ਵਾਲੇ ਪਾਸੇ ਰੋਜ਼ ਦੁੱਧ ਸਮੁੰਦਰ ਦੀ ਸੇਵਾ ਸੀ। ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਤੋਂ ਕੁਆਂਟਲਾਂ ਦਾ ਹਿਸਾਬ ਨਾਲ ਦੁੱਧ ਆਉਂਦਾ ਸੀ, ਅਤੇ ਇਹ ਲੈ ਕੇ ਆਉਂਦੇ ਹੁੰਦੇ ਸੀ ਰੁਪਿੰਦਰ ਹੋਣੀ। ਫਿਰ ਸਾਰਾ ਉੱਥੇ ਭਾਵੇਂ ਉਗਰਾਹਾ ਜਥੇਬੰਦੀ ਦੇ ਬੰਦੇ, ਭਾਵੇਂ ਸਿੱਧੂਪੁਰ ਦੇ ਜੋ ਵੀ ਕਿਸਾਨ ਬੈਠਾ ਸੀ, ਸਾਰੇ ਦੁੱਧ ਸਮੁੰਦਰ ਲੈ ਕੇ ਜਾਂਦੇ ਸੀ। ਸੋ ਆਹ ਗਵਾਈਏ ਸੀ। ਅਤੇ ਬਾਕੀ ਆਇਆ ਕਿ ਸਾਰੇ ਧੰਨਵਾਦ ਸਾਰਿਆਂ ਦਾ ਹੀ ਹੈ ਕਿ ਜੇ ਕਿਸੇ ਨੇ ਕੋਈ ਗੀਤ ਗਾਇਆ ਜਾਂ ਕਿਸੇ ਨੇ ਕੋਈ ਇੱਕ ਗੇੜਾ ਮਾਰਿਆ ਹੈ ਨਾ, ਅਤੇ ਮੈਨੂੰ ਲੱਗਦਾ ਕਿ ਬਸ ਉਹ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਿਆ। ਬਿਲਕੁਲ। ਔਰ ਬਾਈ ਥੋੜ੍ਹੇ ਜਿਹੇ ਸਵਾਲ ਹੋਰ ਆ, ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਆ, ਮੈਨੂੰ ਪਤਾ ਟਾਈਮ ਵੀ ਬੜਾ ਕੀਮਤੀ ਆ ਤੁਹਾਡਾ, ਅਤੇ 2 ਹੋਰ ਨਾਮ ਇਸ ਮੋਰਚੇ ਦੇ ਵਿੱਚੋਂ ਜ਼ਿਆਦਾ ਚਰਚਾ ਦੇ ਵਿੱਚ ਆਏ, ਜਿਹੜੇ ਗਾਉਣ ਵਾਲਿਆਂ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਉਹ ਸੀ ਲੱਖਾ ਸਿਧਾਣਾ ਔਰ ਦੀਪ ਸਿੱਧੂ। ਇਹ ਦੋਨਾਂ ਦੇ ਰੋਲ ਨੂੰ ਕਿੱਦਾਂ ਦੇਖਦੇ ਆ, ਲੱਖੇ ਸਿਧਾਣੇ ਦੇ ਔਰ ਦੀਪ ਸਿੱਧੂ ਦੇ ਰੋਲ ਨੂੰ? ਬਹੁਤ ਸੋਹਣਾ, ਆਪਣਾ ਆਪਣਾ ਰੋਲ ਮੁੰਡੇ ਵਧੀਆ ਅਦਾ ਕਰਕੇ ਗਏ ਆ, ਅਤੇ ਬੜਾ ਕੁਛ ਹੋਇਆ ਹੈ ਨਾ। ਅੱਜ ਬੋਲਣ ਨੂੰ ਬਹੁਤ ਕੁਛ ਹੈ ਮੇਰੇ ਅੰਦਰ, ਮੈਂ ਬੋਲ ਸਕਦਾ, ਪਰ ਰੌਲਾ ਪਤਾ ਕੀ ਹੈ ਕਿ ਜਦੋਂ ਜਿੱਤ ਤੁਹਾਡੇ ਸਾਹਮਣੇ ਆ ਕੇ ਖੜ੍ਹ ਜਾਂਦੀ ਹੈ ਨਾ, ਤਾਂ ਫਿਰ ਸਿਆਣੇ ਬਜ਼ੁਰਗਾਂ ਤੋਂ ਸੁਣਿਆ ਕਿ ਪੁੱਤ ਬਸ ਦੱਬ ਲਾ ਗੱਲ ਹੈ ਨਾ। ਤਾਂ ਬਹੁਤ ਸਾਰੀਆਂ ਚੀਜ਼ਾਂ ਸੀ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਜਾਣੀ ਲੱਗਦੀਆਂ ਸੀ ਕਿ ਆਹ ਨਹੀਂ ਹੋਣੀਆਂ ਚਾਹੀਦੀਆਂ ਸੀ, ਔਰ ਆਹ ਹੋਣੀਆਂ ਚਾਹੀਦੀਆਂ ਸੀ, ਕਿਉਂ ਨਹੀਂ ਹੋਈਆਂ। ਉੱਥੇ ਸਭ ਤੋਂ ਪਹਿਲਾਂ ਤਾਂ ਫਿਰ ਬੇਬੇ ਦੀਆਂ ਕਈਆਂ ਗੱਲਾਂ ਉਹ ਚੇਤੇ ਆਉਂਦੀਆਂ ਸੀ, ਪੁੱਤ ਕਿ ਨੇਚਰ ਵੱਲੋਂ ਪ੍ਰੀ ਪਲੈਨਡ ਆ ਸਾਰਾ ਕੁਛ ਹੈ ਨਾ। ਆਹ ਬਿੱਲ ਦਾ ਹੋਣਾ ਵੀ, ਜੇ ਆਖੀਏ ਕਿ ਇੱਕ PM ਸਾਹਿਬ ਨੇ ਬਿੱਲ ਭੇਜਤੇ, ਤਾਂ ਉਸ ਤੋਂ ਪਹਿਲਾਂ ਵੀ ਇੱਕ ਦਲੀਲ ਪਈ ਹੈ ਕਿ ਨੇਚਰ ਵੱਲੋਂ ਸਾਡਾ ਸਾਰਿਆਂ ਦਾ, ਲੱਖਾਂ ਲੋਕਾਂ ਦਾ ਦਾਣਾ ਪਾਣੀ ਦਿੱਲੀ ਦੇ ਬਾਰਡਰਾਂ 'ਤੇ ਪਿਆ ਸੀ, ਅਸੀਂ ਚੁਗਣ ਵਾਸਤੇ ਗਏ ਸੀ। ਸੋ ਉੱਥੇ ਕੌਣ ਹੱਕ 'ਚ ਖੜਾ, ਕੌਣ ਹੱਕ 'ਚ ਨਹੀਂ ਖੜਾ, ਤਾਂ ਉਹ ਸਭ ਨੂੰ ਪਤਾ ਹੈ। ਅਤੇ ਪਰ ਇਹ ਹੈ ਕਿ ਹੁਣ ਇਸ ਵੇਲੇ ਮੋਰਚਾ ਆਪਾਂ ਜਿੱਤ ਗਏ ਹੈ ਨਾ। ਅਤੇ ਬਾਕੀ ਬਾਈ ਲੱਖਾ ਭਰਾ ਸਾਡਾ ਹੈ ਨਾ, ਅਸੀਂ ਇਕੱਠੇ ਬਹੁਤ ਜਾਣੀ ਪੰਜਾਬ ਦੇ ਕੰਪੇਨ 'ਚ ਅਸੀਂ ਬਹੁਤ ਇਕੱਠੇ ਰਹੇ ਹਾਂ। ਦੀਪ ਹੋਣਾ ਨਾਲ ਅਸੀਂ ਆਪਣੇ ਅੰਬਾਲੇ ਵਾਲੇ ਬਾਰਡਰ 'ਤੇ, ਇੱਥੇ ਬਾਰਡਰ 'ਤੇ ਅਸੀਂ ਪਹਿਲਾ ਪ੍ਰੋਗਰਾਮ ਕੀਤਾ ਸੀ, ਉਹ ਦੀਪ ਹੋਰਾਂ ਨੇ ਔਰਗੇਨਾਈਜ਼ ਕੀਤਾ ਸੀ। ਅਸੀਂ ਸਾਰੇ ਕਲਾਕਾਰ ਭਰਾ ਉਹਦੇ ਉੱਥੇ ਬਹੁਤ ਵੱਡੀ ਗਿਣਤੀ 'ਚ ਇਕੱਠ ਹੋਇਆ ਸੀ ਉਸ ਦਿਨ। ਸੋ ਸਾਰੇ ਆਪਣੇ ਆਪਣੇ ਹਿਸਾਬ ਨਾਲ ਬਾਈ ਲੱਗੇ ਰਹੇ, ਅਤੇ ਪ੍ਰਮਾਤਮਾ ਜਾਣੀ ਸਭ ਨੂੰ ਹੀ ਦੇਵੇ। ਮੈਂ ਤਾਂ ਕਹਿੰਦਾ ਕਿ ਜਿਹਨੇ ਵੀ ਇਸ ਮੋਰਚੇ 'ਚ ਕੀਤਾ ਜੀ। ਬਿਲਕੁਲ। ਜੇ ਆਪਾਂ ਚੁਣਿੰਦਾ ਨਾਮ ਲਈਏ ਤਾਂ ਵਿੱਚੋਂ ਹੁਣ ਲੱਖਾ ਸਿਧਾਣਾ, ਦੀਪ ਸਿੱਧੂ ਹੈ, ਸੋਨੀਆ ਮਾਨ ਹੈ। ਖਬਰਾਂ ਦੇ ਵਿੱਚ ਚਰਚਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਵੱਲੋਂ ਜਾਂ ਆਪਣੀ ਪਾਰਟੀ ਬਣਾ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਹੈ ਨਾ, ਵੀ ਉਸ ਚੀਜ਼ ਨੂੰ ਕਿਤੇ ਨਾ ਕਿਤੇ ਉਹ ਵੋਟਾਂ ਦੇ ਵਿੱਚ ਤਬਦੀਲ ਕਰਕੇ, ਹੋ ਸਕਦਾ ਚੰਗੇ ਦੇ ਲਈ ਕਰਦੇ ਹੋਣ। ਕੀ ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਅਪਰੋਚ ਕੀਤੀ, ਕਿਉਂਕਿ ਤੁਹਾਡਾ ਨਾਂ ਪੂਰਾ ਚਰਚਾ ਦੇ ਵਿੱਚ ਰਿਹਾ ਉਸ ਅੰਦੋਲਨ ਦੇ ਵਿੱਚ, ਔਰ ਤੁਹਾਨੂੰ ਕਿਹਾ ਵੀ ਆ ਜਾਓ ਆਪਾਂ ਤੁਹਾਨੂੰ ਇਲੈਕਸ਼ਨ ਲੜਾਉਂਦੇ ਹਾਂ? ਦੇਖੋ, ਇਹ ਤਾਂ ਸੁਭਾਵਿਕ ਹੁੰਦਾ ਹੈ ਕਿ ਜਦੋਂ ਤੁਸੀਂ ਗਰਾਊਂਡ ਲੈਵਲ 'ਤੇ ਆ ਕੇ ਕੰਮ ਕਰਦੇ ਹੋ, ਭਾਵੇਂ ਤੁਸੀਂ ਕਿਸੇ ਵੀ ਖਿੱਤੇ ਦੇ ਹੋ, ਕਿਸੇ ਵੀ ਕਿੱਤੇ ਦੇ ਹੋ, ਤਾਂ ਵਾਪਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਜਿਹੜੇ ਸਿਆਣੇ ਸੀ, ਕੋਈ ਵੱਡੀਆਂ ਉਮਰਾਂ ਦੇ ਪੋਲੀਟੀਸ਼ੀਅਨ ਸੀ, ਅਤੇ ਪਰ ਮੇਰਾ ਹੱਸ ਕੇ ਸਾਰਿਆਂ ਨੂੰ ਬੜੇ ਆਦਰ ਸਤਿਕਾਰ ਸਹਿਤ ਇੱਕੋ ਹੀ ਜਵਾਬ ਹੁੰਦਾ ਸੀ ਕਿ ਮੈਨੂੰ ਤਾਂ ਜੀ ਗਾਉਣ ਵਾਸਤੇ ਅਤੇ ਨੱਚਣ ਵਾਸਤੇ ਭੇਜਿਆ ਮਹਾਰਾਜ ਨੇ ਆਹ ਜਨਮ 'ਚ, ਅਤੇ ਆਹ ਜਨਮ ਤਾਂ ਹੁਣ ਇੱਦਾਂ ਹੀ ਲੰਘੂਗਾ, ਆਪਾਂ ਗਾਵਾਂਗੇ। ਅਤੇ ਬਾਕੀ ਇਹ ਹੈ ਕਿ ਮੇਰਾ ਇੱਕ ਸਵਾਲ ਸੀ ਸਾਰਿਆਂ ਲਈ, ਹੱਸ ਕੇ ਕੀਤਾ ਸੀ ਮੈਂ ਸਵਾਲ ਉਹ, ਕਿ ਜਿਸ ਕਲਾ ਨਾਲ ਸਾਨੂੰ ਮਹਾਰਾਜ ਨੇ ਨਵਾਜਿਆ, ਇਸ ਕਲਾ ਸਦਕਾ ਤੁਸੀਂ ਦੇਖ ਲਓ ਕਿ ਮੋਰਚਾ ਕਿਸ ਲੈਵਲ 'ਤੇ ਹੈ। ਅਸੀਂ ਗਾਉਣ ਵਾਲੇ ਭੈਣ ਭਰਾਵਾਂ ਨੇ ਇਕੱਠਿਆਂ ਹੋ ਕੇ ਗੀਤ ਗਾਏ, ਆਪਦੀ ਫਿਜ਼ੀਕਲੀ ਉੱਥੇ ਹਾਜ਼ਰੀ ਲਵਾਈ, ਤਾਂ ਮੋਰਚਾ ਦੇਖ ਲਓ ਕਿ ਇਸ ਕਲਾ ਕਰਕੇ ਕਿੱਥੇ ਚਲਾ ਗਿਆ। ਤਾਂ ਫਿਰ ਅਸੀਂ ਇਹ ਕਿੱਦਾਂ ਭੁੱਲ ਸਕਦੇ ਹਾਂ ਕਿ ਇਹ ਕਲਾ ਦਾ ਅਸਰ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਗਵਾਈਆਂ ਨੂੰ, ਸਾਨੂੰ ਫਿਲਮ ਅਦਾਕਾਰਾਂ ਨੂੰ ਆਪਦੀ ਕਲਾ ਜ਼ਰੀਏ, ਮੈਂ ਪਹਿਲਾਂ ਵੀ ਤੁਹਾਡੇ ਮੁੱਢ ਵਾਲੇ ਸਵਾਲ 'ਚ ਇਸ ਗੱਲ ਨੂੰ ਦੁਬਾਰਾ ਰਿਪੀਟ ਕਰ ਦਿੰਦਾ ਕਿ ਕਲਾ ਬਹੁਤ ਵੱਡੀ ਸ਼ੈ ਹੈ ਨਾ। ਇੱਕ ਫਨਕਾਰ ਕੋਈ ਛੋਟੀ ਗੱਲ ਨਹੀਂ ਹੈ, ਪਰ ਰੌਲਾ ਇਹ ਹੈ ਕਿ ਉਹਦੇ ਕੋਲ ਕਲਾ,
ਉਹ ਹੋਵੇ ਜਿਹੜੀ ਉਸ ਸੂਬੇ ਜਿੱਥੇ ਉਹ ਜੰਮਿਆ ਪਲਿਆ, ਜਿਹੜੇ ਬਜ਼ੁਰਗਾਂ ਦੀਆਂ ਗੋਦੀਆਂ 'ਚ ਖੇਡਿਆ ਉਹ ਵੱਡਾ ਹੋਇਆ, ਜਿਹੜੀਆਂ ਖੇਡਾਂ ਉਹ ਖੇਡਿਆ, ਜਿਹੜੀਆਂ ਖੁਰਾਕਾਂ ਉਹਨੇ ਖਾਧੀਆਂ, ਜਿਹੜੇ ਪਹਿਰਾਵੇ ਉਹਨੇ ਪਾਏ ਆ, ਜਿਹੜੇ ਸਕੂਲਾਂ 'ਚ ਉਹ ਪੜ੍ਹਿਆ, ਜਿਹੜੇ ਗੀਤ ਸੁਣ ਕੇ ਉਹ ਵੱਡਾ ਹੋਇਆ ਹੈ ਨਾ, ਕੀ ਉਹ ਸਾਰੀਆਂ ਚੀਜ਼ਾਂ ਦੀ ਤਰਜਮਾਨੀ ਕਰਦਾ ਅੱਗੇ ਉਹਨਾਂ ਚੀਜ਼ਾਂ ਨੂੰ ਤੋੜ ਕੇ ਲਿਜਾਂਦਾ, ਜਾਂ ਕੋਈ ਵੈਸਟਰਨ ਕਲਚਰ ਦੇਖ ਕੇ, ਜਾਂ ਕੋਈ ਹੋਰ ਬਾਹਰਲੇ ਸੱਭਿਆਚਾਰਾਂ ਦਾ ਸਹਾਰਾ ਲੈ ਕੇ ਇੱਕ ਨਵੀਂ ਬਣਤਰ ਲੈ ਕੇ ਪੰਜਾਬ 'ਚ ਛੱਡਦਾ। ਸੋ ਮੈਨੂੰ ਲੱਗਦਾ ਜਿੱਦਾਂ ਦੇ ਅਸੀਂ ਹੈਗੇ ਆ ਪੰਜਾਬੀ ਲੋਕ ਹੈ ਨਾ, ਮੇਰੇ ਗਾਣਿਆਂ ਨੂੰ ਲੋਕ ਪਿਆਰ ਕਰਦੇ ਆ, ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਮੈਂ ਮੇਰੇ ਲੋਕਾਂ ਵਰਗਾ ਗਾਉਣਾ ਹੈ ਨਾ। ਮੈਂ ਉਹਨਾਂ 'ਚ ਕਈ ਵਾਰੀ ਸਟੇਜ ਤੋਂ ਉਤਰ ਕੇ ਵਿੱਚ ਜਾ ਕੇ ਗਾਉਣਾ, ਉਹਨਾਂ ਨੂੰ ਨਾਲ ਗਵਾਉਣਾ ਹੈ ਨਾ। ਉਹਨਾਂ ਨੂੰ ਲੱਗਦਾ ਹੁੰਦਾ ਕਿ ਕੰਵਰ ਸਾਡਾ ਪੁੱਤ ਹੈ, ਸਾਡੇ ਗੀਤ ਗਾਉਂਦਾ, ਪੰਜਾਬ ਦੇ ਗੀਤ ਗਾਉਂਦਾ। ਸੋ ਲੱਗਦਾ ਕਿ ਇਸ ਖਾਲਸ ਜਿਹੜੀ ਸਾਡੀ ਸ਼ੁੱਧ ਦੇਸੀ ਘਿਓ ਵਰਗੀ ਗਾਇਕੀ ਹੈ, ਸਾਡੀ ਵਿਰਾਸਤ ਹੈ, ਇਸ ਚੀਜ਼ ਨੂੰ ਅੱਗੇ ਤੋਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਕਲਾ ਕਰਕੇ ਕੋਈ ਇੱਥੇ ਕੋਈ ਇਸ ਤਰ੍ਹਾਂ ਦਾ ਕਿ ਕੋਈ ਵਿਗਾੜ ਆ ਜਾਊਗਾ ਹੈ ਨਾ। ਅਸੀਂ ਗੀਤਾਂ ਕਰਕੇ ਹੀ ਪੰਜਾਬ ਵਿਗਾੜਿਆ, ਅਤੇ ਜਿੱਦਾਂ ਦਾ ਰੋਲ ਅਸੀਂ ਮੋਰਚੇ 'ਚ ਦਿੱਤਾ ਸਾਰੇ ਗਾਉਣ ਵਾਲਿਆਂ ਨੇ, ਜੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉੱਦਾਂ ਦਾ ਰੋਲ ਇੱਕ ਕੰਟੀਨਿਊਟੀ ਦੇ ਵਿੱਚ ਅਦਾ ਕਰ ਦਈਏ ਤਾਂ ਪੰਜਾਬ ਫਿਰ ਮੁੜ ਵਸਦਿਆਂ ਦੇ ਵਿੱਚ ਹੋ ਜਾਊਗਾ, ਅਤੇ ਕਲਾ ਦਾ ਉਹਦੇ 'ਚ ਬਹੁਤ ਵੱਡਾ ਯੋਗਦਾਨ ਹੋਊਗਾ। ਬਿਲਕੁਲ ਬਾਈ ਕੰਵਰ, ਕੀ ਲੱਗਦਾ ਤੁਹਾਨੂੰ ਇਸ ਮੋਰਚੇ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੇ ਓਵਰਆਲ ਜੇ ਆਪਾਂ ਗੱਲ ਕਰੀਏ ਥੀਮ ਦੇ ਤੌਰ ਤੇ ਕੀ ਸਿੱਖਿਆ ਇਸ ਮੋਰਚੇ ਦੇ ਵਿੱਚੋਂ? ਕੀ ਤੁਹਾਨੂੰ ਲੱਗਦਾ ਬਿਹਤਰੀ ਹੋਏਗੀ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਸਭ ਤੋਂ ਖੂਬਸੂਰਤ ਗੱਲ ਤਾਂ ਅਸੀਂ ਜੇ ਤੁਸੀਂ ਮੈਨੂੰ ਪਰਸਨਲੀ ਪੁੱਛੋ ਮੈਂ ਕੀ ਸਿੱਖਿਆ, ਮੈਂ ਇਹ ਸਿੱਖਿਆ, ਮੈਂ ਕਿਤਾਬਾਂ 'ਚ ਬਹੁਤ ਪੜ੍ਹਿਆ ਸੀ ਏਕੇ 'ਚ ਬਰਕਤ, ਪ੍ਰੈਕਟੀਕਲੀ ਵਿਜ਼ੂਅਲੀ ਦੇਖਿਆ ਮੈਂ ਕਿ ਜਦੋਂ ਸਭ ਧਰਮਾਂ ਦੇ ਲੋਕ, ਸਭ ਜ਼ਾਤਾਂ ਪਾਤਾਂ ਦੇ ਲੋਕ ਇਕੱਠੇ ਹੋ ਕੇ ਕੋਈ ਲੜਾਈ ਲੜਦੇ ਹਨ, ਕਿਸੇ ਦੇ ਵੀ ਖਿਲਾਫ ਲੜਦੇ ਆ ਮੇਰੇ ਖਿਆਲ 'ਚ ਇੱਕ ਮੁਲਕ ਨੂੰ ਲੈ ਕੇ ਸੈਂਟਰ ਗੌਰਮੈਂਟ ਕੋਈ ਛੋਟੀ ਸ਼ੈ ਨਹੀਂ ਹੈ ਨਾ। PM ਦਾ ਇੱਕ ਉਹਦੇ ਆਖਣ ਨੂੰ ਇੱਕ ਆਦੇਸ਼ ਆਇਆ ਕਿ ਅਨਾਊਂਸਮੈਂਟ ਆਈ ਕਿ ਆ ਬਿੱਲ ਆ ਗਏ, ਇੱਕ ਮੇਰੇ ਖਿਆਲ 'ਚ ਮੁਲਕ ਦਾ ਸਭ ਤੋਂ ਵੱਡਾ ਬੰਦਾ PM, ਤਾਂ ਉਹਨਾਂ ਦੇ ਖਿਲਾਫ ਲੋਕਾਂ ਨੇ ਮਿਲ ਕੇ ਇੱਕ ਜੰਗ ਵਿੱਢੀ ਅਤੇ ਸਵਾ ਸਾਲ 'ਚ ਆਪਾਂ ਜਿੱਤ ਗਏ। ਸੋ ਸਭ ਤੋਂ ਵੱਡੀ ਗੱਲ ਤਾਂ ਅਸੀਂ ਇਹੀ ਜਿੱਤੀ ਕਿ ਜੇ ਆਪਸੀ ਨਫ਼ਰਤਾਂ ਖਤਮ ਕਰਕੇ, ਉੱਥੇ ਦੇਖਦਾ ਹੁੰਦਾ ਸੀ ਕਿ ਆਮ ਅਸੀਂ ਉਦਾਹਰਨਾਂ ਦੇਖਦੇ ਹੁੰਦੇ ਸੀ ਕਿ ਆਹ ਦੋ ਭਰਾਵਾਂ ਦੀ ਬਣਦੀ ਨਹੀਂ ਸੀ, ਆਹ ਨੌ ਸੱਸਾਂ ਦੀ ਬਣਦੀ ਨਹੀਂ ਸੀ ਆਪਸ 'ਚ, ਪਰ ਮੋਰਚੇ 'ਚ ਇਕੱਠੀਆਂ ਬੈਠੀਆਂ। ਜਦੋਂ ਪੁੱਛਦੇ ਸੀ ਬੇਬੇ ਇੱਥੇ ਇਕੱਠੀਆਂ, ਕਹਿੰਦੀ ਪੁੱਤ ਉਹ ਘਰਾਂ ਵਾਲੀਆਂ ਲੜਾਈਆਂ ਛੋਟੀਆਂ ਲੱਗਣ ਲੱਗ ਗਈਆਂ, ਆਹ ਲੜਾਈ ਲੱਗਦੀ ਸੀ ਕਿ ਵੱਡੀ ਲੜਾਈ ਹੈ। ਸੋ ਉੱਥੇ ਸਭ ਤੋਂ ਇਹਦੇ 'ਚ ਸਾਰਾ ਕੁਛ ਹੀ ਆ ਜਾਂਦਾ ਮੇਰੇ ਖਿਆਲ 'ਚ। ਆਹ ਜਿਹੜੀ ਗੱਲ ਆ ਨਾ ਕਿ ਜਿਹੜੀ ਇੱਕ ਸਾਰੇ ਭਾਈਚਾਰਿਆਂ ਦੀ ਇੱਕ ਜਿਹੜੀ ਆਪਸੀ ਕੋਲੈਬੋਰੇਸ਼ਨ ਹੈ, ਇਹ ਹਰ ਇੱਕ ਫਲਸਫੇ ਨੂੰ ਆਪਣੇ ਕਲਾਵੇ 'ਚ ਲੈ ਲੈਂਦੀ ਹੈ। ਸੋ ਇਹ ਸਭ ਤੋਂ ਵੱਡੀ ਗੱਲ ਸਿੱਖੀ ਹੈ ਕਿ ਅਸੀਂ ਸਾਰੇ ਇੱਥੇ ਪੰਜਾਬ ਜਦੋਂ ਮੁੜ ਕੇ ਵੀ ਆਵਾਂਗੇ, ਅਤੇ ਹੁਣ ਹਰਫ ਨੇ ਇੱਕ ਗੀਤ ਵੀ ਲਿਖਿਆ, ਅੱਜ ਯੂਰਪ ਤੋਂ ਹਰਫ ਨੇ ਉੱਤਰ ਜਾਣਾ ਦਿੱਲੀ ਆ ਕੇ, ਅਤੇ ਆਹ ਗੀਤ ਵੀ ਅਸੀਂ ਗਾਵਾਂਗੇ ਕਿ ਕਿੰਨੇ ਗੇੜੇ ਵੱਜਦੇ ਸੀ ਨਾਲ ਵਾਲੇ ਟੈਂਟ 'ਚ, ਕਿੰਨੇ ਦਿਨ ਕੱਢਦੇ ਸੀ ਇੱਕੋ ਮੈਲੀ ਪੈਂਟ 'ਚ, ਟਰਾਲੀ ਦੀ ਰਸੋਈ ਬਣੀ ਬੇਬੇ ਬਾਪੂ ਨਾਲ ਸੀ, ਕਿੰਨੀ ਵਾਰੀ ਮੀਂਹ ਦੇ ਵਿੱਚ ਚੋਈ ਤਰਪਾਲ ਸੀ, ਰੂਹ ਦੇ ਵਿੱਚ ਯਾਦਾਂ ਦਾ ਓਏ ਸਵਾਦ ਰੱਖਿਓ, ਭੁੱਲ ਜਾਇਓ ਨਾ ਪੰਜਾਬੀਓ, ਕੱਲੀ ਕੱਲੀ ਗੱਲ ਤੁਸੀਂ ਓ ਯਾਦ ਰੱਖਿਓ। ਅਤੇ ਸੋ ਕਹਿਣ ਦਾ ਭਾਵ ਇਸ ਗੀਤ ਦੇ ਵਿੱਚ ਹਰਫ ਹੋਰਾਂ ਨੇ ਸਾਰੇ ਮੋਰਚੇ ਦੀ ਜਰਨੀ ਲਿਖਤੀ ਕਿ ਜੇ ਯਾਰ ਆਪਾਂ ਇੱਦਾਂ ਹੀ ਮੋਹ ਪਿਆਰ ਮੁਹੱਬਤ ਨਾਲ ਉੱਥੇ ਦੇਖਦੇ ਹੁੰਦੇ ਸੀ ਕਿ ਕਿੱਦਾਂ ਸਾਡੀਆਂ ਮਾਵਾਂ ਵੀ ਚੁਰਾਂ 'ਤੇ ਪ੍ਰਸ਼ਾਦੇ ਲਾਉਂਦੀਆਂ ਹੈ ਨਾ, ਉਧਰ ਪਤੀਲੇ 'ਚ ਦਾਲ ਧਰੀ ਵੀ ਹੈ, ਅਤੇ ਇੱਦਾਂ ਹੀ ਸਾਡੇ ਮੁੰਡੇ ਨੌਜਵਾਨ ਕਈ ਰਿਆਜ਼ ਹੁੰਦੇ, ਹਾਂ ਵੀ ਛੜਿਓ ਸਿੱਖ ਕੇ ਰੋਟੀਆਂ ਹੈ ਨਾ, ਕੋਈ 5-10 ਦਿਨਾਂ ਬਾਅਦ ਫਿਰ ਉਸ ਚੁਰ 'ਤੇ ਕਿਤੇ ਗੇੜਾ ਵੱਜਣਾ, ਉਸੇ ਛੜੇ ਦੀ ਰੋਟੀ ਦੇਖਣਾ ਹੋਰ ਗੋਲ ਹੋ ਗਈ ਹੈ ਨਾ। ਉਹਨੇ ਫਿਰ ਕਹਿਣਾ ਬਾਈ ਰੋਟੀ ਦਾ ਹਿਸਾਬ ਆ ਗਿਆ, ਆਪਾਂ ਉਹਨਾਂ ਵਾਲੇ ਗ੍ਰਸਤੀ ਪਿੰਡ 'ਚ ਵੀ ਥੋੜ੍ਹੇ ਸੇਫ ਹੋ ਗਏ। ਸੋ ਬਹੁਤ ਸਾਰੇ ਐਕਸਪੀਰੀਅੰਸ ਸੀ, ਉਹ ਚੀਜ਼ਾਂ ਦੇਖੀਆਂ ਜਦੋਂ ਅਸੀਂ ਆਪਸ 'ਚ ਬੈਠ ਕੇ ਇੰਨੀ ਬਰਕਤ ਨਾਲ, ਇੰਨੀ ਨੇਕੀ ਨਾਲ, ਇੰਨੇ ਮੋਹ ਮੁਹੱਬਤ ਨਾਲ ਜਦੋਂ ਰਲ ਕੇ ਅਸੀਂ ਬੈਠੇ ਨਾ, ਇੱਕ ਤਾਂ ਐਂ ਨਹੀਂ ਪਤਾ ਲੱਗਿਆ ਫਿਰ ਸਵਾ ਸਾਲ ਕਦੋਂ ਲੰਘ ਗਿਆ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰ ਦਿਆਂ, ਮੁਸ਼ਕਿਲਾਂ ਆਈਆਂ ਬੇਸ਼ੱਕ ਆਈਆਂ, ਪਰ ਉਹ ਮੁਸ਼ਕਿਲਾਂ ਬਹੁਤ ਵੱਡੀਆਂ ਸੀ, ਪਰ ਬਹੁਤ ਹਲਕੇ 'ਚ ਲੈ ਗਏ ਸਾਡੇ ਲੋਕ, ਔਰ ਲੰਘ ਗਈਆਂ, ਮਹਾਰਾਜ ਨੇ ਕਿਰਪਾ ਕੀਤੀ। ਸੋ ਇਹ ਸਭ ਤੋਂ ਵੱਡੀ ਸਿੱਖਿਆ ਸੀ ਕਿ ਜਦੋਂ ਅਸੀਂ ਇਕੱਠੇ ਹੋ ਕੇ ਹੈ ਨਾ, ਜਿਹਦੇ ਅਸੀਂ ਹੈਗੇ ਆ ਉਹਦੇ ਹੋ ਕੇ ਲੜਦੇ ਹਾਂ ਤਾਂ ਫਿਰ ਬਹੁਤ ਕੁਛ ਮਿਲਦਾ। ਸੋ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਕਿ ਇਸ ਮੋਰਚੇ ਦਾ, ਇਸ ਜਿੱਤ ਦਾ ਬਹੁਤਾ ਚਾਅ ਨਾ ਕਰਨ। ਠੀਕ ਹੈ, ਇੱਕ ਹੌਸਲਾ ਜ਼ਰੂਰ ਦਿੱਤਾ, ਇੱਕ ਬੂਸਟਅਪ ਵੱਜਿਆ, ਬਹੁਤ ਐਨਰਜੀ ਦਿੱਤੀ ਹੈ ਸਾਨੂੰ ਇਸ ਜਿੱਤ ਨੇ, ਪਰ ਜਿਹੜੀਆਂ ਅਸਲ ਲੜਾਈਆਂ ਨੇ ਸਾਡੇ ਪੰਜਾਬ ਨੂੰ ਲੈ ਕੇ, ਕਿਉਂਕਿ ਸਾਨੂੰ ਪਤਾ ਹੈ ਪ੍ਰਦੀਪ ਬਾਈ ਕਿ ਇੱਥੋਂ ਦੇ ਧਰਮ ਦਾ ਕੀ ਹਾਲ ਹੋਇਆ ਪਿਆ, ਇੱਥੋਂ ਦੀ ਰਾਜਨੀਤੀ ਦਾ ਕੀ ਹਾਲ ਹੈ, ਅਸੀਂ ਬਹੁਤ ਗੰਦੇ ਹੋਏ ਪਏ ਹਾਂ, ਸਾਡੇ ਸਮਾਜਿਕ ਤਾਣੇ ਬਾਣੇ ਦਾ ਕੀ ਹਾਲ ਹੋਇਆ ਪਿਆ ਸਾਰਾ, ਅਸੀਂ ਉਲਝੇ ਪਏ ਹਾਂ, ਇਕੋਨਮੀ ਦੇ ਪੱਖ ਤੋਂ ਅਸੀਂ ਉਲਝੇ ਪਏ ਹਾਂ। ਸੋ ਅਸਲ ਜੰਗ ਹੁਣ ਪੰਜਾਬ 'ਚ ਸ਼ੁਰੂ ਹੋਣੀ ਹੈ, 2022 ਦੇ ਇਲੈਕਸ਼ਨ ਆ ਰਹੇ, ਸੋ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ ਹੈ।
ਬਾਈ ਤੁਹਾਨੂੰ ਲੱਗਦਾ ਵੀ 2022 ਦੇ ਵਿੱਚ ਜਿਵੇਂ ਗੱਲ ਕੀਤੀ ਏਕੇ ਦੀ ਗੱਲ ਕੀਤੀ ਆ ਜਾਂ ਜਿਹੜਾ ਕੋਈ ਜ਼ੁਲਮ ਹੁੰਦਾ ਉਹਦੇ ਵਿਰੁੱਧ ਆਵਾਜ਼ ਉਠਾਉਣ ਦੀ ਗੱਲ ਕੀਤੀ ਆ, ਕੀ ਲੱਗਦਾ 2022 ਦੇ ਵਿੱਚ ਲੋਕ ਸਿਆਣੇ ਹੋ ਜਾਣਗੇ ਕਿ ਉਸੇ ਤਰ੍ਹਾਂ ਫਿਰ ਪਾਰਟੀਆਂ ਦੇ ਪਿੱਛੇ ਝੰਡਾ ਚੱਕ ਕੇ ਇਹ ਨਹੀਂ ਵੇਖਣਾ ਵੀ ਇਹ ਲੀਡਰ ਦੀ ਕੀ ਕੁਆਲਿਟੀ ਆ, ਬਸ ਇੱਕ ਪਾਰਟੀ ਵੈਸੇ ਤਾਂ ਇਹਦੇ ਨਾਲ ਜੁੜਨਾ, ਉਹ ਜਿਹੜੀ ਕੱਟੜ ਵੋਟ ਆ ਜਿਹੜੀ ਉਹ ਤਬਦੀਲ ਹੋਣ ਦੇ ਚਾਂਸ ਹੈਗੇ ਵੀ ਚੰਗੇ ਲੀਡਰ ਚੁਣਨਗੇ, ਚਾਹੇ ਪਾਰਟੀ ਕੋਈ ਵੀ ਹੋਵੇ ਪਰ ਲੀਡਰ ਮੈਨੂੰ ਲੱਗਦਾ ਚੰਗਾ ਚੁਣਨ ਦੀ ਲੋੜ ਆ। ਕੀ ਲੱਗਦਾ ਇਸ ਮੋਰਚੇ 'ਚੋਂ ਇਲੈਕਸ਼ਨ ਦੇ ਰਿਜ਼ਲਟ 'ਤੇ ਕੋਈ ਅਸਰ ਪਊਗਾ? ਦੇਖੋ ਮੇਰੀ ਅਰਦਾਸ ਇਹ ਹੈ ਕਿ ਪੈਣਾ ਚਾਹੀਦਾ। ਜੇ ਸਿਆਣੇ ਹੋ ਜਾਾਂਗੇ ਤਾਂ ਬਚ ਜਾਾਂਗੇ, ਤੇ ਨਹੀਂ ਤਾਂ ਉਹ ਜਿਵੇਂ ਗਵਈਆ ਕਹਿੰਦਾ ਹੁੰਦਾ ਨਾ ਕਿ ਆਖਰੀ ਅੰਤਰ ਆ ਉਹਦੇ ਗੀਤ ਦਾ, ਤਾਂ ਪੰਜਾਬ ਹੁਣ ਮੈਨੂੰ ਗੀਤ ਦੇ ਉਸ ਆਖਰੀ ਅੰਤਰੇ ਵਰਗਾ ਦੀਦਾ। ਇਸ ਤੋਂ ਬਾਅਦ ਜਿਵੇਂ ਗੀਤ ਮੁੱਕ ਜਾਂਦਾ, ਪੰਜਾਬ ਇਹ ਤਾਂ ਨਹੀਂ ਕਹੂੰਗਾ ਕਿ ਮੁੱਕ ਜੂਗਾ, ਹਮੇਸ਼ਾ ਉਹ ਲਾਈਨ ਫਿਰ ਜ਼ਹਿਨ 'ਚ ਆ ਜਾਂਦੀ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਨਹੀਂ ਕਦੇ ਮੁੱਕਦੀ, ਇਹ ਕੌਮ ਕਦੇ ਮੁਕਾਇਆ ਨਹੀਂ ਮੁੱਕਣੀ। ਪਰ ਜਿੱਦਾਂ ਦਾ ਨਿਘਾਰ ਪਿਛਲੇ 20-25-30 ਸਾਲਾਂ 'ਚ ਦੇਖਿਆ ਮੈਂ ਆਪਦੀ ਉਮਰ 'ਚ, ਤਾਂ ਉਹ ਬਹੁਤ ਅਫਸੋਸ ਵਾਲਾ ਹੈ, ਅਤੇ ਉਹਦੇ 'ਚ ਮੇਰੇ ਆਪਣਿਆਂ ਦਾ ਹੀ ਰੋਲ ਹੈ। ਸੋ ਸਾਡੇ ਆਪਣੇ ਜਿਹੜੇ ਇੱਥੋਂ ਦੇ ਗਲੀਆਂ 'ਚ ਜੰਮੇ ਪਲੇ, ਇੱਥੋਂ ਦੀਆਂ ਜਿਹੜੀਆਂ ਸਲੱਖਣੀਆਂ ਕੁੱਖਾਂ 'ਚ ਜੰਮੇ ਹੋਏ ਧੀਆਂ ਪੁੱਤ ਸੀ, ਉਹ ਪੋਲੀਟਿਕਸ 'ਚ ਆਏ, ਪੋਲੀਟਿਕਸ ਨਹੀਂ ਕਰਨੀ ਆਈ, ਮਾਇਆ ਦਿਮਾਗ ਨੂੰ ਚੜ੍ਹ ਗਈ, ਪਦਾਰਥਾਂ ਨੇ ਘੇਰਾ ਪਾ ਲਿਆ, ਜਿਵੇਂ ਕਹਿੰਦੇ ਹੁੰਦੇ ਨਾ ਗੁਰਬਾਣੀ 'ਚ ਕਿ ਤਪੋ ਰਾਜ ਤੇ ਰਾਜੋ ਨਰਕ, ਉਹ ਸਟੇਟਮੈਂਟ ਸੇਮ ਇੱਥੇ ਆ ਕੇ ਝੁੱਕ ਗਈ ਕਿ ਸਾਡੇ ਮੁੰਡਿਆਂ ਨੂੰ ਹੈ ਨਾ, ਜਿਹੜੇ ਨੌਜਵਾਨ ਮੁੰਡੇ ਸੀ ਹੌਲੀ ਹੌਲੀ ਬਜ਼ੁਰਗ ਹੋ ਚੱਲੇ, ਰਾਜਨੀਤੀ 'ਚ ਉਲਝ ਗਿਆ ਕਿ ਉਹ ਕੁਰਸੀਆਂ ਦੀ ਜਿਹੜੀ ਮਾਇਆ ਸੀ ਉਹ ਨਹੀਂ ਹਿਸਾਬ 'ਚ ਆਈ। ਸੋ ਇਸ ਵੇਲੇ ਮੈਂ ਚਾਹੁੰਦਾ ਕਿ 2022 ਦੇ ਇਲੈਕਸ਼ਨ ਆ ਜਿਹੜੇ, ਕੱਲੀ ਜਿਹੜੀ ਵੋਟ ਪਵੇ ਜਾਗਦਿਆਂ ਦੀ ਪਵੇ ਔਰ ਜ਼ਮੀਰ ਵਾਲਿਆਂ ਦੀ ਪਵੇ, ਔਰ ਬਦਲਾਵ ਤੁਸੀਂ ਹੁਣ ਅਮਰੀਕਾ ਰਹਿੰਦੇ ਹੋ ਹੈ ਨਾ, ਆਪਾਂ ਹਮੇਸ਼ਾ ਉੱਥੇ ਮਿਲਦੇ ਹਾਂ, ਕਿੰਨਾ ਤੁਸੀਂ ਹਾਲਾਂਕਿ ਪੰਜਾਬ ਨਾਲ ਟੁੱਟੇ ਨਹੀਂ, ਮੈਂ ਸਾਲ 'ਚ 2-2 3-3 ਗੇੜੇ ਤੁਹਾਡੇ ਪੰਜਾਬ 'ਚ ਦੇਖਦਾ ਹੈ ਨਾ, ਤੁਸੀਂ ਹਮੇਸ਼ਾ ਆਉਣੇ ਹੋ, ਪਰ ਤੁਸੀਂ ਉੱਥੋਂ ਦੀਆਂ ਵੀ ਤਾਰੀਫਾਂ ਦੇ ਪੁੱਲ ਬੰਨ੍ਹਦੇ ਸਾਡੇ ਕੋਲ ਕਿ ਕਮਰ ਇੱਥੇ ਬਾਈ ਸਿਸਟਮ ਆ ਹੈ ਨਾ, ਤਾਂ ਯਾਰ ਕੀ ਉਹਨਾਂ ਦੇ ਅੰਦਰ ਵੀ ਤਾਂ ਸਭ ਕੁਛ ਚੱਲਦਾ ਹੈ, ਇਨਸਾਨ ਹੈ, ਬ੍ਰਹਿਮੰਡ 'ਚ ਸ੍ਰਿਸ਼ਟੀ ਜਿੱਥੇ ਵੀ ਇਨਸਾਨ ਬੈਠਾ ਹੈ ਤਾਂ ਔਗਣ ਗੁਣ ਔਗਣ ਸਭ ਕਿਤੇ ਹੈਗੇ ਆ, ਪਰ ਜਦੋਂ ਸਾਹਮਣੇ ਜਾਗਦੀਆਂ ਜ਼ਮੀਰਾਂ ਵਾਲੀ ਕੌਮ ਬੈਠੀ ਹੈ, ਲੋਕ ਬੈਠੇ ਹੈ ਹੈ ਨਾ, ਕਿਰਤੀ ਬੈਠੇ ਹੈ, ਤਾਂ ਅਲਰਟ ਰਹਿੰਦਾ ਉੱਥੋਂ ਦਾ ਜਿਹੜਾ ਪੋਲੀਟੀਸ਼ੀਅਨ ਦਬਕਾ ਵੀ ਹੈ। ਤਾਂ ਸਾਡੀ ਕਲਾਸ ਜਿਹੜੇ ਸਾਡੇ ਪੋਲੀਟੀਸ਼ੀਅਨ ਵੀ ਹੈ ਨਾ ਅਵੇਸਲੇ ਹੋ ਗਏ, ਕਿਉਂਕਿ ਅਸੀਂ ਆਪ ਬਹੁਤ ਹੋਰ ਪਾਸੇ ਜਾ ਵੜੇ ਹੈ ਨਾ। ਆ ਪਿੱਛੇ ਜੇ 2-3 ਦਿਨ ਹੋਇਆ ਮੈਂ ਪਤਾ ਨਹੀਂ ਕਿੱਥੇ ਪੜ੍ਹ ਰਿਹਾ ਸੀ, ਪਤਾ ਨਹੀਂ ਕਹਿੰਦੇ ਕੋਈ ਜਾਨਵਰਾਂ ਦਾ, ਹਾਂ ਬੜੀ ਕਮਾਲ ਦੀ ਗੱਲ ਸੀ, ਕਹਿੰਦੇ ਅੱਜ ਕੱਲ੍ਹ ਦੇ ਕੁੱਤੇ, ਅੱਜ ਕੱਲ੍ਹ ਦੀਆਂ ਗਊਆਂ, ਅੱਜ ਕੱਲ੍ਹ ਦੀਆਂ ਮੱਝਾਂ ਦੀ ਕੀਮਤ ਲੱਖਾਂ ਰੁਪਈਆ ਹੋਈ ਪਈ ਹੈ, ਪਰ ਕਹਿੰਦੇ 2022 ਦੇ ਵਿੱਚ ਵੋਟਾਂ ਹੋਣਗੀਆਂ, ਕਹਿੰਦੇ ਬੰਦੇ 5-5 ਹਜ਼ਾਰ 'ਚ ਵਿਕਣਗੇ, ਬੰਦੇ 2-2 ਹਜ਼ਾਰ 'ਚ ਵਿਕਣਗੇ, ਬੋਤਲਾਂ ਤੇ ਵਿਕ ਜਾਂਦੇ, ਹਾਂ ਬੰਦੇ 100-100 200-200 ਰੁਪਏ ਦੀਆਂ ਬੋਤਲਾਂ 'ਤੇ ਵਿਕਣਗੇ। ਤਾਂ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਸੱਜਣਾਂ ਨੂੰ, ਮਤ ਉਹ ਸਾਹਮਣੇ ਦਲੀਲਾਂ ਰੱਖਣ ਕਿ ਅਸੀਂ ਬਹੁਤ ਗਰੀਬ ਹੈ, ਨਹੀਂ ਯਾਰ ਬਾਈ ਇੱਥੇ ਕੋਈ ਗਰੀਬ ਨਹੀਂ ਹੈ ਨਾ, ਅਸੀਂ ਉਹਨਾਂ ਦੇ ਪੁੱਤ ਹੈ ਜਿਨ੍ਹਾਂ ਨੇ, ਅਸੀਂ ਮੱਥਾ ਤਾਂ ਉਹਨਾਂ ਨੂੰ ਟੇਕਦੇ ਹਾਂ ਜਿਹੜੇ ਖੱਡੀਆਂ ਬੁਣ ਕੇ ਅਤੇ ਖੱਦਰ ਵੇਚ ਕੇ, ਅਤੇ ਜੇ ਕੋਈ ਰਾਹ 'ਚ ਮਿਲ ਜਾਂਦਾ ਸੀ ਵੀ ਖੱਦਰ ਦੇ ਕਬੀਰ ਸਿਆਂ, ਤਾਂ ਖੱਦਰ ਦੇ ਦਿੰਦੇ ਸੀ, ਅਤੇ ਆਉਂਦੇ ਹੋਏ ਗਾਉਂਦੇ ਹੁੰਦੇ ਸੀ ਵੀ ਉਹ ਤਾਂ ਅੰਤਰਜਾਮੀ ਸੀ, ਭੇਸ ਬਦਲਾ ਕੇ ਖੱਦਰ ਲੈ ਗਿਆ ਹੈ ਨਾ। ਅਸੀਂ ਤਾਂ ਉਹਨਾਂ ਦੇ ਪੁੱਤ ਹਾਂ ਜਿਹੜੇ ਜੁੱਤੀਆਂ ਗੰਢਦੇ ਆਪਦੀਆਂ ਰੂਹਾਂ ਕੱਢ ਕੇ ਤੁਰ ਗਏ। ਹੁਣ ਕਿੰਨਾ ਕੁ ਬਾਬੇ ਰਵਿਦਾਸ ਹੋਰਾਂ ਦੇ ਘਰੇ ਕੋਈ ਮਾਇਆ ਪਈ ਹੋਊਗੀ ਹੈ ਨਾ, ਉਹ ਵੀ ਕਹਿ ਸਕਦੇ ਸੀ ਅਸੀਂ ਗਰੀਬ ਹੈ ਨਾ। ਪਟਵਾਰੀਆਂ ਦਾ ਪੁੱਤ ਬਾਬਾ ਨਾਨਕ ਤਕੜੇ ਘਰ ਦਾ ਧੀ ਪੁੱਤ ਸੀ, ਤਾਂ ਨਿਕਲ ਪਿਆ ਉਦਾਸੀਆਂ 'ਤੇ ਹੈ ਨਾ, ਅਤੇ ਉੱਥੇ ਹਾਲਾਤ ਪਤਾ ਹੀ ਆ ਸਾਨੂੰ ਕਿੰਨੇ ਕੁ ਸਿਖਾਵੇਂ ਹੋਣਗੇ। ਮਾਛੀਵਾੜੇ ਦੇ ਜੰਗਲਾਂ 'ਚ ਸਾਡਾ ਪਿਓ ਪਿਆ, ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਗਰੀਬ ਹੈ, ਸਾਡੀਆਂ ਮਜਬੂਰੀਆਂ ਨਹੀਂ। ਜ਼ਮੀਰ ਸਭ ਤੋਂ ਵੱਡੀ ਸ਼ੈ ਹੈ, ਜ਼ਮੀਰ ਜਾਗਦੀ ਰਹੇ। ਔਰ 2022 ਦੇ ਇਲੈਕਸ਼ਨਾਂ 'ਚ ਹੁਣ ਜਿਹੜੀਆਂ ਰੈਲੀਆਂ ਵੀ ਹੋਣੀਆਂ, ਤਾਂ ਯਾਰ ਬਾਹਲੇ ਵੱਡੇ ਇਕੱਠ ਨਾ ਹੋਣ, ਪੋਲੀਟੀਸ਼ੀਅਨ ਨੂੰ ਕਹੇ ਕਿ ਓਨੇ ਕੁ ਬੰਦਿਆਂ ਚਾਹੀਏ ਜਿਨ੍ਹਾਂ ਦੀ ਅੱਖ ਚੱਕ ਪਾ ਕੇ ਗੱਲ ਕਰ ਸਕੇ ਹੈ ਨਾ। ਮੈਂ ਪਿੱਛੇ ਜਿਹੇ ਗੀਤ ਵੀ ਕੱਢਿਆ ਸੀ ਕਿ ਬੜਾ ਤੁਸੀਂ ਲੈ ਲਿਆ ਸਵਾਦ ਨੇਤਾ ਜੀ, ਹੁਣ 1-2 ਤਾਂ ਦੇ ਦਿਓ ਜਵਾਬ ਨੇਤਾ ਜੀ ਹੈ ਨਾ। ਕਿਵੇਂ ਸਾਡੇ ਆ ਸਾਰਾ ਬਾਰਡਰਾਂ 'ਤੇ ਅਸੀਂ ਗਏ, ਕਿਵੇਂ ਸਾਡੇ ਪੁੱਤ ਨਸ਼ਿਆਂ 'ਚ ਚਲੇ ਗਏ, ਕਿਵੇਂ ਕਰਜ਼ਿਆਂ 'ਚ ਫਾਹੇ ਲੈ ਮਰੀ ਜਾਂਦੇ, ਸੋ ਸਾਨੂੰ ਯਾਰ ਜਵਾਬ ਤਾਂ ਦਿਓ। ਸੋ ਇਸ ਵਾਰੀ ਮੈਨੂੰ ਲੱਗਦਾ ਕਿ ਇੱਕ ਸੋਹਣੀ ਮੀਟਿੰਗ ਹੋਵੇ, ਚੰਗੀਆਂ ਗੋਸ਼ਟੀਆਂ ਹੋਣ ਲੀਡਰਾਂ ਦੀਆਂ ਅਤੇ ਆਵਾਮ ਦੀਆਂ, ਅਤੇ ਡਿਸਕਸ਼ਨਾਂ ਹੋਣ ਪ੍ਰੋਪਰ, ਲੀਡਰ ਵੀ ਕਾਰ 'ਚ ਬਹਿ ਕੇ ਸੋਚਣ, ਅਤੇ 2022 ਦੇ ਇਲੈਕਸ਼ਨਾਂ ਦੇ ਵਿੱਚ ਚੰਗੇ ਲੀਡਰ ਪੰਜਾਬ ਨੂੰ ਮਿਲਣ। ਮੇਰੀ ਅਰਦਾਸ ਹੈ, ਤੁਸੀਂ ਵੀ ਅਰਦਾਸ ਕਰਿਓ, ਅਤੇ ਤੁਸੀਂ ਵੀ ਸਾਰੇ ਸੁਣਨ ਵਾਲੇ ਜਿੰਨੇ ਸਾਡੇ ਪਰਿਵਾਰ, ਸਾਡੇ ਦੋਵੇਂ ਭਰਾਵਾਂ ਦੀ ਗੱਲਬਾਤ ਸੁਣ ਰਹੇ ਹੋ, ਜ਼ਰੂਰ ਅੱਖਾਂ ਬੰਦ ਕਰਕੇ ਇੱਕ ਵਾਰੀ ਮਹਾਰਾਜ ਨੂੰ ਅਰਦਾਸ ਕਰਿਓ ਕਿ ਸਾਨੂੰ ਚੰਗੇ ਲੀਡਰ ਮਿਲਣ, ਸਾਨੂੰ ਚੰਗੇ ਧਾਰਮਿਕ ਥਾਵਾਂ ਦੇ ਉੱਪਰ ਜਿਹੜੇ ਸੇਵਾਦਾਰ ਹੈ ਉਹ ਚੰਗੇ ਮਿਲਣ, ਜਾਗਦੇ ਮਿਲਣ, ਐਜੂਕੇਟਡ ਮਿਲਣ, ਸਾਨੂੰ ਚੰਗੇ ਸਮਾਜ ਸੇਵੀ ਮਿਲਣ। ਅਤੇ ਹੋ ਸਕਦਾ ਸਭ ਕੁਛ ਪੋਸੀਬਲ ਹੈ। ਪੰਜਾਬ ਫਿਰ ਤੋਂ ਜਿਵੇਂ ਕਹਿੰਦੇ ਨਾ ਪੰਜਾਬ ਵਸਦਾ ਗੁਰਾਂ ਦੇ ਨਾਲ, ਹੋ ਸਕਦਾ ਉੱਦਾਂ ਦਾ ਪੰਜਾਬ ਦੀ ਆਪਾਂ ਜਾਣੀ ਇਮੈਜੀਨੇਸ਼ਨ ਜੋ ਸਾਡੀ 'ਚ ਹੈਗਾ, ਉਹ ਪੰਜਾਬ ਸਾਨੂੰ ਐਕਚੁਅਲ 'ਚ ਦਿਖ ਸਕਦਾ। ਬਿਲਕੁਲ ਬਾਈ, 1-2 ਗੱਲਾਂ ਹੋਰ ਹੈ, ਥੋੜ੍ਹਾ ਜਿਹਾ ਟਾਈਮ ਤੁਹਾਡਾ ਹੋਰ ਲੈਣਾ। ਜਿਹੜੇ 750 ਤੋਂ ਉੱਪਰ ਕਿਸਾਨ ਜਿਹੜੇ ਸ਼ਹੀਦ ਹੋ ਗਏ ਇਸ ਮੋਰਚੇ ਦੇ, ਜਿੱਤ ਤਾਂ ਪ੍ਰਾਪਤ ਹੋ ਗਈ ਪਰ ਉਹ ਮੁੜ ਕੇ ਨਹੀਂ ਆ ਸਕਦੇ ਹੈ ਨਾ, ਉਹਨਾਂ ਦੇ ਪਰਿਵਾਰਾਂ ਦੇ ਲਈ ਕੀ ਕਰਨਾ
ਚਾਹੀਦਾ ਇੱਥੋਂ ਦੀਆਂ ਸਰਕਾਰਾਂ ਨੂੰ ਜਾਂ ਇੱਥੋਂ ਦੇ ਪੰਜਾਬ ਦੀ ਆਵਾਮ ਨੂੰ? ਮੈਨੂੰ ਲੱਗਦਾ ਉਹ 750 ਪਰਿਵਾਰ ਆ ਜਿਹੜਾ ਉਹਨਾਂ ਦੇ ਲਈ ਉਹਨਾਂ ਦੇ ਜੀ ਨਹੀਂ ਮੁੜ ਕੇ ਆਉਣੇ ਉੱਥੋਂ ਬਾਰਡਰਾਂ ਤੋਂ, ਹੁਣ ਸਾਰੇ ਮੁੜ ਕੇ ਆ ਜਾਣਗੇ। ਉਹਨਾਂ ਦੇ ਲਈ ਕੀ ਸਾਨੂੰ ਹੰਭਲਾ ਮਾਰਨ ਦੀ ਲੋੜ ਆ ਤਾਂ ਕਿ ਉਹਨਾਂ ਨੂੰ, ਉਹ ਬੰਦਾ ਤਾਂ ਨਹੀਂ ਅਸੀਂ ਲਿਆ ਕੇ ਮੋੜ ਸਕਦੇ, ਪਰ ਕਿਤੇ ਨਾ ਕਿਤੇ ਉਹ ਭਰਪਾਈ ਜ਼ਰੂਰ ਕਰੀਏ ਉਹਨਾਂ ਪਰਿਵਾਰਾਂ ਦੀ? ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮਾਣ ਹੈ, ਸਮੁੱਚੇ ਮੁਲਕ ਨੂੰ ਮਾਣ ਹੈ, ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਜਾਂ ਕਿਸਾਨ ਬੈਠਾ ਜਿੱਥੇ ਜਿੱਥੇ ਵੀ, ਉਹਨਾਂ ਸ਼ਹਾਦਤਾਂ 'ਤੇ ਮਾਣ ਹੈ। ਕੱਲ੍ਹ ਵੀ ਮਾਣ ਸੀ, ਅੱਜ ਵੀ ਮਾਣ ਹੈ, ਔਰ ਰਹਿੰਦੀ ਦੁਨੀਆ ਤੱਕ ਰਹੂਗਾ, ਕਿਉਂਕਿ ਸ਼ਹਾਦਤਾਂ ਦੀ ਕੋਈ ਕੀਮਤ ਨਹੀਂ ਹੈ। ਔਰ ਐਸੇ ਵੇਲੇ 'ਚ ਉਹ ਸਾਡੇ ਯੋਧੇ ਜਾਨਾਂ ਦੇ ਕੇ ਗਏ ਆ ਕਿ ਜਦੋਂ ਵੱਡੇ ਵੱਡੇ ਹਿੱਲ ਜਾਂਦੇ ਸੀ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ। ਦੂਜਾ ਇਹ ਹੈ ਕਿ ਪਿੱਛੇ ਪਰਿਵਾਰ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਭ ਵਾਪਸ ਆ ਜਾਣੇ ਆ, ਪਰ ਉਹਨਾਂ ਦੇ ਉਹ ਨਹੀਂ ਮੁੜ ਕੇ ਆਉਣੇ, ਹੈ ਨਾ। ਸਾਰੀ ਉਮਰ ਮਾਵਾਂ ਦੇ ਪੁੱਤ ਗਏ ਹੈ, ਕਿਸੇ ਦਾ ਪਤੀ ਗਿਆ ਹੈ ਨਾ, ਕਿਸੇ ਦੀ ਮਾਂ ਗਈ ਹੈ, ਸੋ ਬਹੁਤ ਸਾਰੇ ਜਾਨਾਂ ਉੱਥੇ ਗਈਆਂ। ਸੋ ਜਿਹੜਾ ਇੱਕ ਸੋਸ਼ਲ ਪੱਖ ਤੋਂ ਆਪਾਂ ਚੀਜ਼ ਦੇਖਦੇ ਨੇ ਕਿ ਘਰਾਂ ਦੇ, ਉਸ ਤੋਂ ਬਾਅਦ ਇਕਨੋਮਿਕ ਪੱਖ ਦੇਖਦੇ ਹਾਂ ਆਪਾਂ, ਉੱਥੇ ਸਰਕਾਰਾਂ ਨੂੰ ਜ਼ਰੂਰ ਇਸ ਚੀਜ਼ ਨੂੰ ਲੈ ਕੇ ਕਰਨਾ ਚਾਹੀਦਾ। ਮੇਰੇ ਖਿਆਲ 'ਚ ਜਥੇਬੰਦੀਆਂ ਨੇ ਸਰਕਾਰ ਅੱਗੇ ਰੱਖਿਆ ਵੀ ਹੈ, ਸੈਂਟਰ ਗੌਰਮੈਂਟ ਦੇ ਅੱਗੇ, ਕਿ ਜ਼ਰੂਰ ਉਹਨਾਂ ਘਰਾਂ ਦੀ ਫਾਈਨੈਂਸ਼ਲੀ ਮਦਦ ਹੋਣੀ ਚਾਹੀਦੀ ਹੈ, ਅਤੇ ਉਹਨਾਂ ਘਰਾਂ ਦੇ ਕਿਸੇ ਜੀਅ ਨੂੰ ਜਿਹੜਾ ਪੜ੍ਹਿਆ ਲਿਖਿਆ ਜੀ ਹੈ ਉਹਨਾਂ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ। ਅਤੇ ਬਾਕੀ ਮੈਂ ਤਾਂ ਇਹ ਕਹਿੰਦਾ ਕਿ ਜ਼ਮੀਰ ਤਾਂ ਇਹ ਕਹਿੰਦੀ ਹੈ, ਇਨਸਾਨੀਅਤ ਤਾਂ ਇਹ ਕਹਿੰਦੀ ਹੈ ਵੀ ਜੇ ਸਰਕਾਰਾਂ ਵੀ ਬਾਗੀ ਹੁੰਦੀਆਂ ਇਸ ਫਰਜ਼ ਤੋਂ, ਤਾਂ ਜਥੇਬੰਦੀਆਂ ਨੂੰ ਮੂਹਰੇ ਆਉਣਾ ਚਾਹੀਦਾ, ਕਿਉਂਕਿ ਹੁਣ ਤੱਕ ਜਥੇਬੰਦੀਆਂ ਤੋਂ ਲੋਕ ਨਹੀਂ ਭੱਜੇ। ਤਾਂ ਜਿੰਨੀਆਂ ਵੀ ਜਥੇਬੰਦੀਆਂ 700+ ਪਰਿਵਾਰ ਨੇ ਜਿਨ੍ਹਾਂ ਦੇ ਜੀ ਗਏ, ਤਾਂ ਜੇ ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਆ ਸਾਰਿਆਂ ਨੂੰ ਕਹਿ ਦੇਣਗੇ ਕਿ ਭਾਈ ਇੰਨੀ ਇੰਨੀ ਆਪਾਂ ਇਹਨਾਂ ਦੀ ਪਰਸਨਲੀ ਹੈਲਪ ਕਰੀਏ, ਤਾਂ ਮੈਨੂੰ ਲੱਗਦਾ ਕਿ ਢੇਰ ਲਾ ਦੇਣੇ ਲੋਕਾਂ ਨੇ, ਮੀਂਹ ਪਾ ਦੇਣੇ। ਅਤੇ ਅਸੀਂ ਵੀ ਜਿੰਨੇ ਗਾਉਣ ਵਾਲੇ ਭਰਾ ਹੈਗੇ ਆ, ਤਾਂ ਸਾਰੇ ਅਸੀਂ ਰਲ ਮਿਲ ਕੇ ਜਿੰਨਾ ਕਰ ਸਕਦੇ ਹੋਏ ਉਹਨਾਂ ਪਰਿਵਾਰਾਂ ਦੇ ਲਈ, ਤਾਂ ਪਰ ਹੋਣਾ ਜ਼ਰੂਰ ਚਾਹੀਦਾ, ਭਾਵੇਂ ਸਰਕਾਰ ਕਰਦੇ ਭਾਵੇਂ ਜਥੇਬੰਦੀਆਂ ਕਰਦੇ। ਬਿਲਕੁਲ। ਇੱਕ ਅਖੀਰਲੀ ਗੱਲ ਵੀ, ਉੱਥੇ 3 ਬਾਰਡਰਾਂ ਦੇ ਉੱਪਰ ਮੋਰਚਾ ਲੱਗਿਆ ਹੋਇਆ ਸੀਗਾ, ਸਿੰਘੂ, ਟਿਕਰੀ ਔਰ ਗਾਜੀਪੁਰ, ਹੈ ਨਾ। ਉੱਥੋਂ ਹੁਣ ਜਦੋਂ ਪੰਜਾਬ ਨੂੰ ਕਿਸਾਨ ਆ ਜਾਣਗੇ ਸਾਰੇ, ਅਤੇ ਤੁਹਾਨੂੰ ਲੱਗਦਾ ਵੀ ਉੱਥੇ ਕੋਈ ਨਾ ਕੋਈ ਯਾਦਗਾਰ ਜਾਂ ਕੁਛ ਨਾ ਕੁਛ ਇਸ ਤਰ੍ਹਾਂ ਦਾ ਆਪਣੀ, ਤੁਹਾਡੀ ਕੀ ਮੈਂ ਸਲਾਹ ਜਾਣਨੀ ਚਾਹੁੰਦਾ ਹੈ ਵੀ ਉੱਥੇ ਕੀ ਹੋਣਾ ਚਾਹੀਦਾ ਵੀ ਲੋਕ ਜਦੋਂ ਆਉਣ ਤਾਂ ਉਹ ਚੀਜ਼ ਨੂੰ, ਇਸ ਮੋਰਚੇ ਨੂੰ, ਇਸ ਸੰਘਰਸ਼ ਨੂੰ ਯਾਦ ਕਰਨ, ਉਸ ਜਗ੍ਹਾ 'ਤੇ ਆ ਕੇ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ? ਕੀ ਹੋ ਸਕਦਾ? ਦੇਖੋ ਜਿਸ ਤਰ੍ਹਾਂ ਲਾਗੇ ਸੋਈ ਜਾਣੇ। ਹੁਣ ਜੋ ਤਾਂ ਉੱਥੇ ਪ੍ਰੈਕਟੀਕਲੀ ਜਾ ਕੇ ਆਇਆ, ਉੱਥੇ ਦੇਖ ਕੇ ਆਇਆ, ਹੰਢਾ ਕੇ ਆਇਆ ਉਸ ਅੰਦੋਲਨ ਨੂੰ, ਅਤੇ ਉਹ ਤਾਂ ਮੈਨੂੰ ਲੱਗਦਾ ਵੀ ਜਦੋਂ ਤੱਕ ਆ ਜਨਮ ਹੈ, ਆਹ ਜ਼ਿੰਦਗੀ ਹੈ, ਅਤੇ ਹਮੇਸ਼ਾ ਉਹਦੇ ਇੱਥੇ ਹੀ ਪਿਆ ਹੈ ਸਾਰਾ ਮੋਰਚਾ ਹੈ। ਅਤੇ ਪਰ ਜੇ ਠੀਕ ਹੈ, ਇੱਕ ਸੰਸਾਰਕ ਪੱਖ ਹੈ, ਜਦੋਂ ਦੁਨਿਆਵੀ ਪੱਖ ਦੇਖਦੇ ਆ ਤਾਂ ਜ਼ਰੂਰ ਇਸ ਤਰ੍ਹਾਂ ਦੀ ਕੋਈ ਉੱਥੇ ਯਾਦਗਾਰੀ ਚਿੰਨ੍ਹ ਹੋਣਾ ਚਾਹੀਦਾ ਕਿ ਜਦੋਂ ਕੋਈ ਲੰਘੇ ਵੀ। ਅਤੇ ਬਾਕੀ ਇਹ ਹੈ ਕਿ ਬਹੁਤ ਸਾਰੇ ਸਾਡੇ ਭਰਾ, ਸਾਡੀਆਂ ਭੈਣਾਂ ਯੂਨੀਵਰਸਿਟੀਆਂ ਦੇ ਵਿੱਚ ਕਿਤਾਬਾਂ ਲਿਖ ਰਹੇ ਆ ਇਸ ਮੋਰਚੇ ਨੂੰ ਲੈ ਕੇ, ਇਸ ਅੰਦੋਲਨ ਨੂੰ ਲੈ ਕੇ। ਸੋ ਸਾਰੀ ਜਰਨੀ ਉਹਦੇ ਵਿੱਚ ਆਊਗੀ, ਸਾਡੀ ਹਿਸਟਰੀ 'ਚ ਆ ਗਈ, ਲਾਇਬ੍ਰੇਰੀ 'ਚ ਆ ਗਈ ਹੈ ਤਾਂ ਕਿਤਾਬ, ਸੋ ਉੱਥੇ ਵੀ ਹੋਣਾ ਚਾਹੀਦਾ। ਸੋ ਇਹ ਮੈਨੂੰ ਲੱਗਦਾ ਕਿ ਜਥੇਬੰਦੀਆਂ ਨਾਲ ਇਹ ਤੁਹਾਨੂੰ ਮੀਡੀਆ ਨੂੰ ਵੀ ਬੈਠ ਕੇ ਇੱਕ ਇਸ ਤਰ੍ਹਾਂ ਦੀ ਗੋਸ਼ਟੀ ਕਰਨੀ ਚਾਹੀਦੀ ਹੈ ਕਿ ਜ਼ਰੂਰ ਆ ਸਿਆਣੀਆਂ ਗੱਲਾਂ ਜਿਹੜੀਆਂ ਹੋ ਸਕਦਾ ਉਹਨਾਂ ਦੇ ਵੀ ਧਿਆਨ 'ਚ ਹੋਣ ਬਜ਼ੁਰਗਾਂ ਦੇ, ਪਰ ਤੁਹਾਡੇ ਵੱਲੋਂ ਵੀ ਇੱਕ ਆਵਾਜ਼ ਜਾਣੀ ਚਾਹੀਦੀ ਹੈ। ਅਤੇ ਅਸੀਂ ਜਾਵਾਂਗੇ, ਸ਼ਾਇਦ ਕੱਲ੍ਹ ਨੂੰ ਜਾਈਏ, ਤਾਂ ਮੈਂ ਵੀ ਜ਼ਰੂਰ ਉਹਨਾਂ ਨਾਲ ਗੱਲ ਕਰੂੰਗਾ ਸਾਰੇ ਬਜ਼ੁਰਗਾਂ ਨੂੰ ਕਿ ਜੇ ਤਾਂ ਉਹਨਾਂ ਨੇ ਪਹਿਲਾਂ ਹੀ ਕਰ ਰੱਖੀ ਹੋਈ ਤਾਂ ਫਿਰ ਤਾਂ ਠੀਕ ਹੈ, ਨਹੀਂ ਅਸੀਂ ਵੀ ਇੱਕ ਸੁਨੇਹਾ ਪਹੁੰਚਦਾ ਕਰ ਦਾਂਗੇ ਕਿ ਇਹ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ ਉੱਥੇ। ਸੋ ਬਹੁਤ ਬਾਈ, ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢਿਆ, ਮੈਨੂੰ ਪਤਾ ਬਹੁਤ ਕੀਮਤੀ ਟਾਈਮ ਹੈ ਤੁਹਾਡਾ, ਔਰ ਇਸ ਟਾਈਮ ਦੇ ਵਿੱਚ ਜਿਵੇਂ ਉੱਥੇ ਹੁਣ ਤੁਸੀਂ ਜਾਣਾ, ਦਿੱਲੀ ਵੀ ਜਾਣਾ, ਹੈ ਨਾ। ਸੋ ਬਹੁਤ ਚੰਗਾ ਲੱਗਿਆ ਤੁਸੀਂ ਸਾਨੂੰ ਟਾਈਮ ਦਿੱਤਾ ਇੱਥੇ ਆਇਆਂ ਨੂੰ। ਔਰ ਜਾਂਦੇ ਜਾਂਦੇ ਕੋਈ ਚੀਜ਼ ਨਾ, ਜਿਵੇਂ ਮੋਰਚੇ ਨਾਲ ਰਿਲੇਟਡ ਤੁਹਾਡੇ ਗੀਤਾਂ ਨੇ ਜੋਸ਼ ਭਰਿਆ ਸੀ, ਹੁਣ ਜਿੱਤ ਹੋ ਗਈ ਹੈ ਨਾ, ਕੋਈ ਨਾ ਕੋਈ ਸਥਾਈ ਕਿਸੇ ਗੀਤ ਦਾ ਜਿਹੜਾ ਗਾ ਕੇ ਸੁਣਾਓ ਜਿਹੜਾ ਮੋਰਚੇ ਨਾਲ ਸੰਬੰਧਿਤ ਹੋਵੇ। ਮੈਨੂੰ ਪਤਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਤੁਹਾਡੇ ਗੀਤਾਂ ਨੇ ਇੰਨਾ ਕੁ ਬੂਸਟ ਆਪਣੇ ਨਵੇਂ ਮੁੰਡਿਆਂ ਨੂੰ, ਨਵੀਂ ਪਨੀਰੀ ਨੂੰ ਦਿੱਤਾ ਸੀਗਾ ਵੀ ਜਿਹੜੇ ਕਦੇ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਨਹੀਂ ਆਏ, ਉਹ ਇਹਨਾਂ ਰੈਲੀਆਂ ਦੇ ਵਿੱਚ ਉੱਥੇ ਪਹੁੰਚੇ, ਹੈ ਨਾ। ਉਹਨਾਂ ਨੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੇ ਗੀਤਾਂ ਦਾ ਬਹੁਤ ਵੱਡਾ ਰੋਲ ਹੈ ਨੌਜਵਾਨੀ ਨੂੰ ਉੱਥੇ ਲੈ ਕੇ ਆਉਣ ਦੇ ਵਿੱਚ। ਅਤੇ ਜਾਂਦੇ ਜਾਂਦੇ 2 ਲਾਈਨਾਂ ਕੁਛ ਗਾ ਕੇ। ਮੈਂ ਗੱਲ ਹੀ ਕਹਿ ਕੇ ਜਾਊਂਗਾ, ਗੀਤ ਨਹੀਂ ਕਿ ਇੱਕ ਤਾਂ ਸਭ ਤੋਂ ਪਹਿਲੀ ਗੱਲ ਕਿ ਮੁਬਾਰਕਬਾਦ ਆ ਸਾਰਿਆਂ ਨੂੰ ਇਸ ਮੋਰਚੇ ਦੀ ਜਿੱਤ ਦੀ, ਔਰ ਖ਼ਾਸ ਤੌਰ 'ਤੇ ਜਿਵੇਂ ਜ਼ਿਕਰ ਕੀਤਾ ਕਿ ਜਿਹੜੇ NRI ਸਾਡੇ ਯੰਗਸਟਰ ਭਰਾ ਸਾਡੇ, ਹੈ ਨਾ, ਕਿ ਜਿਨ੍ਹਾਂ ਨੇ ਸਾਰਿਆਂ ਨੇ ਉੱਥੇ ਰੈਲੀਆਂ 'ਚ ਵੱਡੇ ਵੱਡੇ ਇਕੱਠ ਕੀਤੇ, ਸਾਡੇ ਬਜ਼ੁਰਗਾਂ ਨੇ, ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਵਨ ਕੇ ਛੋਟੇ ਛੋਟੇ ਬੱਚੇ ਵੀ ਮੈਂ ਵੀਡੀਓਜ਼ 'ਚ ਦੇਖਦਾ ਹੁੰਦਾ ਸੀ, ਹੈ ਨਾ। ਉਹ ਜਿਵੇਂ ਬਾਈ ਗਿੱਪੀ ਹੋਰਾਂ ਦੇ ਨਿਆਣੇ ਸੀ, ਛਿੰਦੇ ਹੋਣੀ, ਸਾਰੇ ਮੈਂ ਉੱਥੇ ਰੈਲੀਆਂ ਦੇ ਵਿੱਚ ਦੇਖੇ ਆ। ਬਾਈ ਜੈਜੀ ਹੋਣੀ ਵੀ ਆਪਦੇ ਨਿਆਣਿਆਂ ਨੂੰ ਲੈ ਕੇ ਆਉਂਦੇ, ਵਾਰਸ ਬਾਈ ਹੋਣੀ ਮੈਂ ਦੇਖੇ ਆ ਮੋਸਟਲੀ ਉੱਥੇ ਰੈਲੀਆਂ। ਸੋ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਹੈ। ਅਤੇ ਬਾਕੀ ਬਸ ਇਹ ਹੈ ਕਿ ਲੜਾਈ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਅਤੇ ਗੀਤ ਤਾਂ ਇਹ ਹੈ ਕਿ ਹੁਣ ਐਲਬਮ ਕਰ ਰਿਹਾ ਮੈਂ, ਆ ਇੰਟਰਵਿਊ ਤੋਂ ਬਾਅਦ ਵੀ ਹੁਣ ਮੈਂ ਸਿੱਧਾ ਸਟੂਡੀਓ ਚੱਲਿਆ, ਤਾਂ ਆ ਜਿਹੜੇ ਹੁਣ ਮਾਰਚ, ਅਪ੍ਰੈਲ, ਮਈ ਅਸੀਂ ਤੁਹਾਡੇ ਅਮਰੀਕਾ, ਕੈਨੇਡਾ ਹੀ ਹੈ, ਰੱਬ ਸੁੱਖ ਰੱਖੇ,
ਹਾਲਾਤ ਠੀਕ ਰਹਿਣ ਤਾਂ ਅਸੀਂ ਟੂਰ ਕਰਨ ਵਾਸਤੇ ਆ ਰਹੇ ਹਾਂ ਬਾਹਰ 'ਚ ਅਪ੍ਰੈਲ ਮਈ ਕੈਨੇਡਾ ਅਮਰੀਕਾ ਦਾ ਟੂਰ ਹੈ। ਅਤੇ ਉਸ ਤੋਂ ਪਹਿਲਾਂ ਇੱਕ ਐਲਬਮ ਉਹਦੀ ਡਬਿੰਗ ਵਾਸਤੇ ਹੁਣ ਸਟੂਡੀਓ ਚੱਲਿਆ ਅੱਜ ਹੁਣ 6-7 ਘੰਟਿਆਂ ਦਾ ਮੇਰਾ ਸੈਸ਼ਨ ਰਹੂਗਾ। ਸੋ ਗੀਤ ਹੁਣ ਬਹੁਤ ਸੁਣਾਵਾਂਗੇ ਤੁਹਾਨੂੰ ਅਤੇ ਆਹ ਹਾਰਫ ਵਾਲਾ ਗੀਤ ਤੁਹਾਨੂੰ ਆਖਿਆ ਸੀ ਜਿਵੇਂ ਜਦੋਂ ਮੁੜਾਂਗੇ ਪੰਜਾਬ ਨੂੰ ਜਾਂ ਅੱਜ ਇੱਕ ਗੀਤ ਦੀ ਡਬਿੰਗ ਮੈਂ ਰਾਤ ਨੂੰ ਕਰਨੀ ਆ ਆਏਂ ਕਿਵੇਂ ਖੋਲੋਗੇ ਜ਼ਮੀਨਾਂ ਸਾਡੀਆਂ ਉਸ ਬਾਬੇ ਬੰਦਾ ਸਿੰਘ ਬਹਾਦਰ ਹੋਰਾਂ ਦੇ ਵੇਲੇ ਤੋਂ ਸਾਰੀ ਜਰਨੀ ਹੈ। ਦੀਪ ਹੈ ਸਾਡਾ ਭਰਾ ਜਿਹੜੇ ਪਹਿਲੀ ਟੇਪ ਦੇ ਗੀਤ ਸੀ ਨਾ ਮੇਰੇ ਨਾ ਜਾਈ ਮਸਤਾਂ ਦੇ ਵਿਹੜੇ ਅਤੇ ਜਾਂ ਤੂੰ ਗੜਵਾ ਮੈਂ ਤੇਰੀ ਡੋਰ ਤੇਰੀ ਬੀਨ ਉੱਤੇ ਜੋਗੀਆ ਛੱਲਾ ਇਹ ਸਾਰੇ ਗੀਤ ਦੀਪ 'ਤੇ ਲਿਖੇ ਹੋਏ ਸੀ। ਦੀਪ ਨੇ ਇਹ ਗੀਤ ਲਿਖਿਆ ਦੱਸ ਆਏਂ ਕਿਵੇਂ ਖੋਲੋਗੇ ਜ਼ਮੀਨਾਂ ਸਾਡੀਆਂ। ਸੋ ਜਾਣੀ ਉਹਦੇ ਨੂੰ ਇੱਕ ਜੇਤੂ ਅਨਾਊਂਸਮੈਂਟ ਹੈ ਇਹ ਗੀਤ ਜਿਸ ਦਿਨ ਆਵਾਂਗੇ ਉੱਥੋਂ ਮੁੜ ਕੇ ਤਾਂ ਉਹਦੇ ਫਿਰ ਇਹ ਟਰੈਕਟਰਾਂ 'ਤੇ ਵੱਜਦਾ ਹੋਊਗਾ ਆਏਂ ਕਿਵੇਂ ਖੋਲੋਗੇ ਜ਼ਮੀਨਾਂ ਸਾਡੀਆਂ। ਸੋ ਇਹ ਸਾਰੇ ਗੀਤ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸਰੋਤਿਆਂ ਨੂੰ ਸੁਣਾਵਾਂਗੇ ਅਤੇ ਬਸ ਚੰਗੇ ਗੀਤ ਸੁਣਦੇ ਰਹੋ ਚੰਗੀਆਂ ਖੁਰਾਕਾਂ ਖਾਂਦੇ ਰਹੋ ਚੰਗਾ ਪਹਿਨਦੇ ਰਹੋ ਅਤੇ ਬਸ ਆਪਦੇ ਪੰਜਾਬੀ ਗੀਤ ਸਾਰਿਆਂ ਨੂੰ ਬੇਨਤੀ ਹੈ ਕਿ ਚੰਗਾ ਸੁਣੋ ਬਸ ਚੰਗੇ ਗਵਈਆਂ ਨੂੰ ਅੱਗੇ ਲਿਆ ਕੇ ਰੱਖੋ ਉਹਨਾਂ ਨੂੰ ਸਿਰਾਂ ਦੇ ਤਾਜ ਬਣਾ ਕੇ ਰੱਖੋ ਅਤੇ ਇੱਦਾਂ ਹੀ ਬਸ ਅਸੀਂ ਸਾਰੇ ਵੱਧਦੇ ਫੁੱਲਦੇ ਰਹੀਏ ਨੇਕੀਆਂ ਨਾਲ ਰਹੀਏ ਅਤੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਕੰਵਰ ਗਰੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਅਸੀਂ ਔਰ ਇਹਨਾਂ ਦਾ ਜਿਹੜਾ ਰੋਲ ਸੀ ਉਹਦੇ ਬਾਰੇ ਗੱਲਬਾਤ ਕੀਤੀ ਹੈ। ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬੀ ਗਾਇਕਾਂ ਨੇ ਕਿਵੇਂ ਆਪਦਾ ਸਾਰਥਕ ਪੱਖ ਜਿਹੜਾ ਉਹਦੇ ਵਿੱਚ ਪੇਸ਼ ਕੀਤਾ ਹੈ ਔਰ ਪੰਜਾਬੀ ਗਾਇਕਾਂ ਨੂੰ ਇਸੇ ਤਰ੍ਹਾਂ ਹੀ ਨੌਜਵਾਨ ਪੀੜ੍ਹੀ ਦੇ ਵਿੱਚ ਜੋਸ਼ ਭਰਨ ਦੇ ਲਈ ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ। ਸੋ ਬਹੁਤ ਵਧੀਆ ਪੱਖ ਰਿਹਾ ਪੰਜਾਬੀ ਗਾਇਕੀ ਦਾ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨੌਜਵਾਨੀ ਨੂੰ ਚੰਗੇ ਪਾਸੇ ਲਾਉਣ ਦੇ ਲਈ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਿਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpardeep11@yahoo.in। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼ ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706 email gilpardeep11@yahoo.in